नमस्कार, सत श्री अकाल। मैं सुरिंदर सिंह ते तुसीं वेख रहे हो नज़रिया बियॉन्ड द वे। अज सारी सियासत, सारियां खबरां, सारा मीडिया SGPC दी चोणां दे नतीजिਆਂ ਦਾ इंतजार कर रहा सी ते जिस तरीके नाल कल भी यही लग रहा सी कि धामी जी बाजी मार लैणगे ते धामी जी ने बाजी मारी भी। 104 धामी जी पक्ष च पईयां वोटां ते दूजे पासे 42 वोटां बीबी जगीर कौर जी दे पक्ष। पर की 42 लैके भी बीबी जगीर कौर हार के भी जित गए ने? की बीबी जगीर कौर नूं इत्थे बाजीगर किया जा सकता है? ते की हुण आने वाला भविख होएगा बीबी जगीर कौर दा सियासी भविख की रहेगा, उस ते भी चर्चा होएगी। ते दूजे पासे ते की ये जित नाल अकाली दल बादल एक नवी ऊर्जा ते नवी एनर्जी दे नाल दोबारा रिवाइव होने लई उनका यह पहला कदम है? क्योंकि ये सारे चर्चे ते असीं गलबात करांगे। साडे नाल जुड़नगे हरीश राय ढांडा जी, सीनियर आगू अकाली दल दे, ते पहला उन्हां दा स्वागत कर लैंदे हां। नमस्कार ढांडा साहब। नमस्कार भाई साहब, सत श्री अकाल। ढांडा साहब पहला सुना दिंदे आ कि अज सारा कुछ होया कि ते जित तो बाद पहला तुहानूं सुनाने आ बीबी जगीर कौर ने आके जदों नतीजे आने तो बाद बीबी जगीर कौर किस लहजे नाल बोले ते की कुछ उन्होंने कहा, वो पहला सुनाने फिर तुहाडी उस ते टिप्पणी लांगे। ਤੁਸੀਂ ਦਾਵਾ ਕੀਤਾ ਸੀ ਜਾਣ ਤੋਂ ਪਹਿਲਾਂ ਕਿ ਮੇਰੇ ਸਾਰੇ ਮੈਂਬਰ ਮੇਰੇ ਨਾਲ ਨੇ, ਪਰ ਅਚਾਨਕ ਅੰਦਰ ਕੀ ਹੋਇਆ ਦਾ? ਨਹੀਂ, ਸਾਰੇ ਮੇਰੇ ਨਾਲ ਹੀ ਹੋਣ ਵੀ ਸ਼੍ਰੋਮਣੀ ਕਮੇਟੀ ਦੇ ਹੀ ਹੈ। ਮੈਂ ਕਿਉਂ ਕਹਾਂ? ਪਰ ਸਿਰ ਇੱਕੋ ਹੀ ਹੈ, ਪਰਖ ਹੋ ਗਈ ਕਿ ਔਰਤ ਜਾਤੀ ਨੂੰ ਕੌਣ ਮਾਣ ਦਿੰਦਾ ਹੈ, ਗੁਰੂ ਨਾਨਕ ਦੇ ਫਲਸਫੇ ਕੌਣ ਚੱਲਦਾ, ਖਾਲਸਾ ਪੰਥ ਦੀ ਸੋਚ ਨੂੰ ਕੌਣ ਅਪਣਾਉਂਦਾ। ਇਹ ਖਾਲਸਾ ਪੰਥ ਦੇ ਗਦਾਰ ਨੇ ਔਰ ਉਹਨਾਂ ਲੋਕਾਂ ਦੇ ਹੈ ਜਿਨ੍ਹਾਂ ਨੇ राम रहीम ने माफ कराया और जिन्होंने बरगाड़ी कांड कराया। पर बीबी जी राम रहीम की जो माफी सी तुसी उदों नाल ही सीगे? मैं बिल्कुल नहीं सी। आ जेड़ा ਤੁਹਾਡੇ ਬਰਦਰ ਮਲੂਕੇ ਛਲਾਕੇ ਤੇ ਪੁੰਦੜੇ ਹੀ ਸੀ। नहीं पर एक मिनट बीबी जी एक गल एक थोड़ा जिहा सवाल है कि हुण ਤੁਹਾਡਾ सियासी भविख की है? नहीं करदे। मेरा सियासी भविख उजला होएगा ਤੇ ਇਹਨਾਂ ਨੂੰ ਬਾਹਰ ਕੱਢਾਂਗੇ। नहीं पर वो किस तरह हुण इलेक्शन ते ਜਿਹੜੀ ਦੇਖੋ ਕਿਦਾਂ ਹੁੰਦੀ ਬੀਬੀ ਜੀ ਤੁਸੀਂ ਕਹਿ ਕੇ ਜਿਨ੍ਹਾਂ ਨੇ ਪੰਥ ਦਾ ਸਾਥ ਨਹੀਂ ਦਿੱਤਾ ਤੁਹਾਡੀ ਸਤਿ ਸ੍ਰੀ ਅਕਾਲ ਵੀ ਖਤਮ ਹੋ ਜਾਣ ਦੇਣਾ। ਮੈਂ ਕਹਿੰਦੀ ਕਿ ਮੈਂ ਕਿਹਾ ਖਾਲਸਾ ਪੰਥ ਦਾ ਸਾਥ ਨਹੀਂ ਦਿੱਤਾ ਜਿਨ੍ਹਾਂ ਨੇ, ਉਹਨਾਂ ਲੋਕਾਂ ਨੂੰ ਅੱਜ ਮੈਂ ਇਹ ਕਹਿਣਾ ਚਾਹਨੀ ਹਾਂ ਵੀ ਜਿਹੜੇ ਪੰਥ ਦੇ ਗਦਾਰ ਹੋਣਗੇ ਉਹ ਮੇਰੇ ਨਾਲ ਸਤਿ ਸ੍ਰੀ ਅਕਾਲ ਵੀ ਮੇਰਾ ਉਹਦਾ ਮਤਲਬ। ਬੀਬੀ ਜੀ ਐਕਸਪੋਜ਼ ਕਰੋਗੇ ਇਹਨਾਂ ਨੂੰ ਆਉਣ ਵਾਲੇ ਟਾਈਮ 'ਚ ਜਿਸ ਤਰੀਕੇ ਦੇ? ਮੈਂ ਤਾਂ ਹੁਣ ਵੀ ਕਰ ਰਹੀ ਹਾਂ। ਹੁਣ ਅਗਲਾ ਉਹ ਤੇ ਕਹਿੰਦੇ ਸੀ 25 ਵੋਟਾਂ ਪੈਣਗੀਆਂ ਬੀਬੀ ਨੂੰ ਦੇ ਵਿੱਚ ਦੇ ਦਾਂਗਾ, ਅਸਤੀਫਾ ਦੇਵੇ ਹੁਣ ਪਹਿਲਾਂ। ਪਰ ਬੀਬੀ ਜੀ ਤੁਹਾਡੇ ਕੋਲ ਵੋਟਾਂ ਵੱਧ ਪਈਆਂ ਪਿਛਲੀ ਵਾਰੀ? ਬਹੁਤ ਵੋਟਾਂ ਨੇ, ਬਹੁਤ ਮਿਲਿਆ, ਪਰ ਹੌਸਲੇ ਬੁਲੰਦ ਨੇ ਤੁਹਾਡੇ। ਤੂੰ ਮੇਰਾ ਹੌਸਲਾ ਤੋੜ ਸਕਦਾ? ਮੇਰੇ ਪਾਸੇ ਤੂੰ ਮੇਰਾ ਹੌਸਲਾ ਤੋੜ। ਗੱਲ ਸੁਣੋ, ਇਹ ਜਗੀਰ ਕੌਰ ਦੀ ਹਿੰਮਤ ਹੈ, ਵਧਾਈ ਦੇ ਕੇ ਨਿਕਲੀ ਹੈ ਔਰ ਉਹਨਾਂ ਨੂੰ ਲਾਹਨਤ ਪਾ ਕੇ ਨਿਕਲੀ ਹੈ ਕਿ ਤੁਸੀਂ ਖਾਲਸਾ ਪੰਥ ਦੇ ਗਦਾਰ ਹੋ। ਸੁਖਬੀਰ ਬਾਦਲ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਕਿਉਂਕਿ ਬਹੁਤ ਵੱਡਾ ਦਿਨ ਹੈ? 25 ਵੋਟਾਂ ਕਹਿੰਦਾ ਸੀਗਾ ਜੇ ਪਈਆਂ ਤੇ ਅਸਤੀਫਾ ਦੇਵਾਂਗੇ। ਚਲੋ ਉਹੀ ਗੱਲ ਕਰਦੇ। ਸਾਰੇ ਮੈਂਬਰ ਆ ਗਏ ਆ ਪਰ ਤੁਹਾਡੇ ਕੋਲ ਫਿਰ ਵੀ ਆਏ ਨੇ। ਬੀਬੀ ਜੀ ਇੱਕ ਹੋਰ ਸਵਾਲ ਹੈ ਕਿ ਅਕਾਲੀ ਦਲ ਦਾ ਫਿਊਚਰ ਕੀ ਦੇਖਦੇ ਹੋ ਤੁਸੀਂ? ਅਕਾਲੀ ਦਲ ਦਾ, ਸ਼੍ਰੋਮਣੀ ਅਕਾਲੀ ਦਲ ਦਾ? ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਹੋਏਗਾ ਔਰ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਸਾਰੇ ਬਾਹਰ ਤੁਹਾਨੂੰ ਤੇ ਬਾਹਰ ਕੱਢਿਆ ਉਹਨਾਂ ਨੇ, ਫਿਰ ਤੁਸੀਂ ਕਿੱਦਾਂ? ਇਹ ਕੌਣ ਹੁੰਦੇ ਮੈਨੂੰ ਕੱਢਣ ਵਾਲੇ? ਹਾਂਜੀ, ਇਹ ਕੌਣ ਹੈ ਕੱਢਣ ਵਾਲੇ? ਸ਼੍ਰੋਮਣੀ ਅਕਾਲੀ ਦਲ ਸਾਡਾ ਹੈ, ਆ ਖਾਲਸਾ ਪੰਥ ਹੈ। ਤੇ ਹੁਣ ਇਹ ਜਿਹੜੀ ਚੋਣਾਂ ਦੇ ਨਤੀਜੇ ਜਿਹੜੇ ਪ੍ਰਧਾਨ ਬਣੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਪ੍ਰਧਾਨ ਸਾਹਿਬ ਨੂੰ ਨਵੇਂ ਨੂੰ। बिल्कुल टंडा साहब तुसीं सुनिया बड़े तिखे तेवर सुखबीर बादल जी ने भी 2-4 सुना दित्तियां, मनुका जी ने भी सुना दित्तियां, पर 27 साल का सफ़र 1995 च अकाली दल च आंदे ने ते 2022 27 साल अकाली दल दे नाल रहिंदे ने ते 27 साल बाद की एक चोण, की एक प्रधानगी दी चोण इन्नी कड़वाहट लिया सकदी है? की कहोगे इस मसले ते की 42 सीटां दे जिहड़ा जिक्र है उनका भी नाल जवाब दे देना कि वाकई जिहड़ियां 25 कईयां जा रही सी 42 लैके बीबी जगीर कौर हार के भी जित गए ने जी। ਸੁਰਿੰਦਰ ਜੀ, ਮੈਂ ਉਹਨਾਂ ਦਾ ਬੀਬੀ ਜੀ ਦਾ ਸੁਣਿਆ ਤਾਂ ਨਹੀਂ ਉਹਨਾਂ ਨੇ ਕੀ ਕਿਹਾ, ਪਰ ਉਹਨਾਂ ਦੇ ਐਕਸ਼ਨਸ ਮੈਨੂੰ ਨਜ਼ਰ ਆਉਂਦੇ ਸੀ ਕਿਉਂਕਿ ਵੌਇਸ ਮੈਨੂੰ ਅਵੇਲੇਬਲ ਨਹੀਂ ਸੀ ਐਂਡ ਮੈਂ ਇਮੇਜਿਨ ਕਰ ਸਕਦਾ ਕਿ ਕੀ ਕੁਝ ਉਹਨਾਂ ਨੇ ਕਿਹਾ ਹੋਣਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਨੈਸ਼ਨਲ ਪਾਰਟੀ ਹੈ ਜਿਹੜੀ ਆਪਣੀ ਬਸਾਤ ਪੂਰੇ ਇੰਡੀਆ 'ਚ ਵਿਛਾਣਾ ਚਾਹੁੰਦੀ ਹੈ, ਉਹੀ ਹੱਥਕੰਡਿਆਂ ਤੇ ਆ ਗਈ ਜਿਹੜੇ ਕਾਂਗਰਸ ਹੱਥਕੰਡੇ ਵਰਤਦੀ ਸੀ। ਇਹ ਇੱਕ ਸਮਾਂ ਇਹਨਾਂ ਨੂੰ ਲੱਗਦਾ ਹੈ, ਪਹਿਲਾਂ ਤਾਂ ਕਈ ਢੰਗ ਨਾਲ ਕੋਸ਼ਿਸ਼ ਕੀਤੀ ਕਿ ਪੰਜਾਬੀਆਂ ਦੇ ਵਿੱਚ, ਸਿੱਖਾਂ ਦੇ ਵਿੱਚ ਇਹ ਆਪਣੀ ਪੈਂਟ ਬਣਾ ਲੈਣ, ਪਰ ਉਹ ਬਣੀ ਨਹੀਂ।
ਆਰਐਸਐਸ ਦੇ ਥਰੂ ਵੀ ਕਾਫੀ ਕੋਸ਼ਿਸ਼ ਹੋਈ, ਪਰ ਇਹ ਕ੍ਰੀਪ ਨਹੀਂ ਕਰ ਸਕੇ, ਕਿਉਂਕਿ ਕਿਤੇ ਨਾ ਕਿਤੇ ਖਦਸ਼ਾ ਰਹਿੰਦਾ ਹੈ ਕਿ ਕਿਤੇ ਇਹ ਆਪਣੀ ਜਿਹੜੀ ਰਿਲੀਜੀਅਸ ਸੋਚ ਹੈ ਉਹਨੂੰ ਗਲੇਮੇ 'ਚ ਪਾਉਣਾ ਚਾਹੁੰਦੇ ਹੈ। ਬਟ ਇਹ ਬੜਾ ਡੇਂਜਰਸ ਟ੍ਰੈਂਡ ਹੈ। ਇਹ 42 ਸੀਟਾਂ ਨੂੰ ਨਾ ਤੁਸੀਂ ਦੇਖੋ ਕਿ 42 ਸੀਟਾਂ ਕਿ 25 ਸੀਟਾਂ, ਮੈਂ ਸਮਝਦਾ ਬੇਮੈਨੇ ਹੈ। ਸਭ ਤੋਂ ਬੜਾ ਸੋਚਣ ਦੀ ਗੱਲ ਹੈ ਕਿ ਡਾਇਰੈਕਟ ਇੰਟਰਫੀਅਰੈਂਸ ਰਿਲੀਜੀਅਸ ਅਫੇਅਰਸ ਦੇ ਵਿੱਚ ਮੌਜੂਦਾ ਸੈਂਟਰ ਦੀ ਸਰਕਾਰ ਨੇ ਵੀ ਕੀਤੀ ਹੈ, ਸਟੇਟ ਦੀ ਸਰਕਾਰ ਨੇ ਵੀ ਕੀਤੀ ਹੈ, ਤੇ ਉਹ ਜਿਹੜੇ ਸੋ ਕਾਲਡ ਬਾਗੀਆਂ ਅਕਾਲੀ ਦਲ ਦੇ ਜਿਹੜੇ ਸਵਾਲ ਚੱਕਦੇ ਆ ਉਹ ਆਪਣੀ ਜ਼ਮੀਰ ਵੇਚ ਕੇ ਉਹਨਾਂ ਦੇ ਨਾਲ ਲੱਗੇ ਆ। ਐਂਡ ਇਹ ਜੇ ਇੱਕ ਮੈਂ ਗੁਰੇਜ਼ ਨਹੀਂ ਕਰੂੰਗਾ ਇਹ ਕਹਿਣ ਨੂੰ ਕਿ ਸਿੱਖਾਂ ਦਾ ਪਰਟੀਕੁਲਰਲੀ ਤੇ ਪੰਜਾਬੀਆਂ ਦਾ ਜਨਰਲੀ ਇਹ ਨਸਲ ਕੁਸ਼ਨ ਕਰਨ ਦਾ ਅਟੈਂਪਟ ਹੈ, ਇਹ ਬਰਦਾਸ਼ਤ ਨਹੀਂ ਹੋਊਗਾ ਸਾਨੂੰ ਕਿਸੇ ਨੂੰ ਵੀ। ਜੇ ਇਸ ਤਰੀਕੇ ਦੇ ਨਾਲ ਇੰਟੈਲੀਜੈਂਸ ਕਰਨਗੇ ਜਿਵੇਂ ਕਾਂਗਰਸ ਪਹਿਲਾਂ ਕਰਦੀ ਰਹੀ ਹੈ ਕਿ ਪੰਜਾਬੀਆਂ ਨੂੰ ਕੱਟ ਦਿਓ, ਵੱਢ ਦਿਓ, ਪੰਜਾਬੀ ਸੂਬੇ ਬਿਨਾ ਉਦੋਂ ਵੀ ਹਿੰਦੀ ਲਿਖਾ ਦਿਓ ਭਾਸ਼ਾ ਆਪਣੀ, ਹਾਲੇ ਕਿ ਸਭ ਨੂੰ ਪਤਾ ਹੈ ਕਿ ਪੰਜਾਬੀ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ, ਬਟ ਸਮਹਾਉ ਉਸ ਸਮੇਂ ਜਿਹੜੀ ਪੋਲਿਟਿਕਸ ਖੇਡੀ ਗਈ ਪੰਜਾਬ ਨਾਲ ਵਿਤਕਰਾ ਹੋਇਆ ਹੈ। ਤੇ ਅੱਜ ਜਿਹੜਾ ਡਾਇਰੈਕਟ ਅਟੈਕ ਪੰਜਾਬੀਆਂ ਨਾਲ ਪਰਟੀਕੁਲਰਲੀ ਸਿੱਖਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਉਹ ਆਰਗੇਨਾਈਜੇਸ਼ਨ ਹੈ ਜਿਹਨੂੰ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਫਸਟ ਵਿਕਟਰੀ ਆਫ ਇੰਡੀਪੈਂਡੈਂਸ ਹੈ। ਇਹ ਉਸ ਸਮੇਂ ਸੰਘਰਸ਼ ਦੇ ਨਾਲ ਐਸਜੀਪੀਸੀ ਲਈ ਗਈ ਸੀ, ਕੁਰਬਾਨੀਆਂ ਦੇ ਨਾਲ ਲਈ ਗਈ ਸੀ, ਐਂਡ ਟੋਟਲ ਨਾਨ ਵਾਇਲੈਂਸ ਦੇ ਨਾਲ ਲਈ ਗਈ ਸੀ। ਜਿਸ ਟਾਈਮ ਉਹ ਮਹੰਤਾਂ ਨੇ ਗੋਲੀਆਂ ਚਲਾ ਚਲਾ ਕੇ ਮਾਰੇ ਬੰਦੇ, ਵਨ ਆਫਟਰ ਅਨਦਰ ਬੰਦੇ ਨੇ ਬੈਠਣਾ ਸ਼ੁਰੂ ਕੀਤਾ ਤੇ ਕੁਰਬਾਨੀਆਂ ਦਿੱਤੀਆਂ, ਉਸ ਸਮੇਂ ਇਹ ਖੁਦ ਮੁਖਤਿਆਰੀ ਗੁਰਦੁਆਰਿਆਂ ਦੀ ਕੌਮ ਨੂੰ ਮਿਲੀ ਸੀ। ਇਹਦੇ ਚ ਇੰਟਰਫੀਅਰੈਂਸ ਨਹੀਂ ਕਰਨੀ ਚਾਹੀਦੀ। ਇਹ ਆਪਣੀਆਂ ਫਿੰਗਰਸ ਬਰਨ ਕਰਨਗੇ। ਪੰਜਾਬ ਦਾ ਇਸ਼ੂ ਬੜਾ ਸੈਂਸਿਟਿਵ ਇਸ਼ੂ ਹੈ, ਬਾਰਡਰ ਸਟੇਟ ਹੈ, ਨੈਸ਼ਨਲ ਸਿਕਿਉਰਿਟੀ ਲਈ ਬੜਾ ਮਾੜਾ ਹੈ, ਐਂਡ ਅਕਾਲੀ ਦਲ ਨੇ ਸਦਾ ਪ੍ਰੀ ਇੰਡੀਪੈਂਡੈਂਸ ਤੋਂ ਲੈ ਕੇ ਪੋਸਟ ਇੰਡੀਪੈਂਡੈਂਸ ਦੇ ਵਿੱਚ ਨੈਸ਼ਨਲਿਸਟਿਕ ਟ੍ਰੈਂਡ ਰੱਖਿਆ ਹੈ। ਅਸੀਂ ਜਿਹੜੇ ਸੈਕਟੇਰੀਅਨ ਫੋਰਸਿਸ ਹੈ ਉਹਨਾਂ ਤੋਂ ਡਿਸਟੈਂਸ ਰੱਖ ਕੇ ਮਿਡਲ ਪਾਥ ਦੇ ਨਾਲ ਚੱਲੇ ਆ। ਜੇ ਇਹ ਧੱਕਣਾ ਚਾਹਣਗੇ, ਜੇ ਸਮਝਦੇ ਆ ਕਿ ਪੁਸ਼ ਓਵਰ ਜੋ ਕਸ਼ਮੀਰ ਚ ਕਰ ਲਿਆ, ਪੰਜਾਬ ਚ ਕਰ ਲੈਣਗੇ, ਇਹ ਭੁੱਲ ਜਾਣ। ਬਹੁਤ ਬੜੇ ਰੈਪਰੀਕਸ਼ਨਸ ਇਹਦੇ ਹੋਣ ਵਾਲੇ ਨੇ। ਬਿਲਕੁਲ ਟੰਡਾ ਸਾਹਿਬ, ਇੱਕ ਚੀਜ਼ ਦੱਸੋ, ਐਸਜੀਪੀਸੀ ਸਿੱਖਾਂ ਦੀ ਸਿਰਮੌਰ ਸੰਸਥਾ, ਤੁਹਾਡੇ ਹਿਸਾਬ ਨਾਲ ਤੁਸੀਂ ਇਸ ਸੰਸਥਾ ਦੇ ਕੀ ਪ੍ਰਿੰਸੀਪਲ ਤੇ ਕੀ ਐਥਿਕਸ ਦੇਖਦੇ ਹੋ? ਤੁਹਾਨੂੰ ਕੀ ਲੱਗਦਾ ਹੈ ਕਿ ਕਿਹੋ ਜਿਹੀ ਸੰਸਥਾ ਇਹ ਹੋਣੀ ਚਾਹੀਦੀ ਹੈ? ਕਿ ਵਾਕਈ ਪੋਲੀਟੀਕਲ ਇੰਟਰਫੀਅਰੈਂਸ ਹੋਣਾ ਚਾਹੀਦਾ ਹੈ? ਉੱਥੇ ਸਵਾਲ ਸ਼੍ਰੋਮਣੀ ਅਕਾਲੀ ਦਲ ਤੇ ਵੀ ਨੇ, ਕਿਉਂਕਿ ਐਸਜੀਪੀਸੀ ਦਾ ਸਿਰਮੌਰ ਸੰਸਥਾ ਹੈ ਇੱਕ, ਉੱਥੇ ਇੰਨਾ ਕੁਝ ਹੋਣਾ ਆ ਤੁਹਾਡੇ ਸਾਹਮਣੇ ਹੀ ਹੈ। ਜੋ ਅੱਜ ਡਰਾਮਾ ਹੋਇਆ, ਇੰਨੀ ਖਿੱਚਤਾਨ ਰਹਿਣੀ ਪ੍ਰਧਾਨਗੀ ਵਾਸਤੇ, ਫਿਰ ਤੁਹਾਡੇ ਤੋਂ ਆਡੀਓ ਰਿਲੀਜ਼ ਕਰ ਦਿੱਤਾ ਜਾਣਾ ਕਿ ਪੈਸਿਆਂ ਦਾ ਲਾਲਚ ਦਿੱਤੇ ਜਾਣਾ, ਤਾਂ ਇਹ ਹਾਲੇ ਤੱਕ ਤਾਂ ਸਿਰਫ ਰਾਜਨੀਤੀ 'ਚ ਇਹਦਾ ਦੇਖਿਆ ਸੀ, ਸਿਆਸੀ ਦੌਰਾਂ 'ਚ ਤਾਂ ਦੇਖਿਆ ਸੀ, ਪਰ ਇੱਕ ਧਾਰਮਿਕ ਸੰਸਥਾ ਜਿਹੜੀ ਹੋਵੇ ਤੇ ਉੱਥੇ ਇਸ ਟੀਮ ਦਾ ਹੋਣਾ ਤਾਂ ਕਿਵੇਂ ਚਿੰਤਾਜਨਕ ਨਹੀਂ ਹੈ? ਬਹੁਤ ਚਿੰਤਾਜਨਕ ਹੈ। ਤੁਸੀਂ ਦੇਖੋ, ਇਹ ਜਿਹੜਾ ਸਿੱਖ ਧਰਮ ਦਾ ਮੀਰੀ ਪੀਰੀ ਦਾ ਜਿਹੜਾ ਕਨਸੈਪਟ ਹੈ, ਉਹ ਕਨਸੈਪਟ 6ਵੇਂ ਗੁਰੂ ਤੋਂ ਸ਼ੁਰੂ ਹੋਇਆ। ਉਹਨੂੰ ਅਸੀਂ ਅੱਜ ਤੱਕ ਫੋਲੋ ਕਰਦੇ ਆਂਦੇ ਆ, ਅਕਾਲੀ ਦਲ ਉਹਨੂੰ ਫੋਲੋ ਕਰਨਾ ਆਂਦਾ ਹੈ, ਤੇ ਐਸਜੀਪੀਸੀ ਨੂੰ ਬਤੌਰ ਸਿੱਖ ਗੁਰਦੁਆਰਿਆਂ ਦੀ ਪ੍ਰਬੰਧਕ ਅਕਾਲੀ ਦਲ ਨੂੰ ਬਤੌਰ ਬਾੜ ਦੇ ਰੂਪ ਦੇ ਵਿੱਚ ਸਥਾਪਿਤ ਉਸ ਟਾਈਮ ਕੀਤਾ ਗਿਆ ਸੀ। ਐਂਡ ਅੱਜ ਇਹ ਸਮਝਦੇ ਆ ਕਿ ਅਕਾਲੀ ਦਲ ਨੂੰ ਜੇ ਪੋਲੀਟੀਕਲੀ ਮਾਰਨਾ ਹੈ ਤਾਂ ਐਸਜੀਪੀਸੀ ਮਾਰੋ, ਜੇ ਐਸਜੀਪੀਸੀ ਮਾਰਨੀ ਹੈ ਤੇ ਅਕਾਲੀ ਦਲ ਨੂੰ ਮਾਰੋ, ਕਿਉਂਕਿ ਇਹ ਮੌਜੂਦਾ ਜਿਹੜੀਆਂ ਰੂਲਿੰਗ ਕਲਾਸ ਹੈ ਇਸ ਕੰਟਰੀ ਦੇ ਵਿੱਚ, ਜਿਹੜੀਆਂ ਵਨ ਪਾਰਟੀ ਸ਼ੋਅ ਬਣਾਉਣਾ ਚਾਹੁੰਦੀਆਂ ਅਲਟੀਮੇਟਲੀ, ਉਹ ਇਸ ਹੱਦ ਤੇ ਹੀ ਗਿਰ ਗਈਆਂ ਕਿ ਪਹਿਲਾਂ ਹਰਿਆਣੇ ਦੀ ਅਲੱਗ ਸੰਸਥਾ ਬਣਾ ਕੇ ਕੱਟਣਾ ਵੱਢਣਾ ਕੀਤਾ ਗਿਆ। ਮੈਨੂੰ ਕੋਈ ਗੁਰੇਜ਼ ਨਹੀਂ ਹੈ ਕਿ ਇੱਕ ਸੁਪਰੀਮ ਕੋਰਟ ਦਾ ਜੱਜ ਜਿਹਨੇ ਆਰਡਰ ਕੀਤਾ, ਉਹ ਆਰਐਸਐਸ ਦਾ ਪਲਾਂਟਡ ਜੱਜ ਹੈ। ਮੈਂ ਓਪਨ ਕਹਿ ਰਿਹਾ, ਬੜਾ ਬੇਈਮਾਨ ਤੇ ਕਰਪਟ ਜੱਜ ਆ ਉਹ। ਮੇਰੇ ਕੋਲ ਉਹਦੇ ਪਿਤਾ ਜੀ ਨੂੰ ਇਹਨਾਂ ਨੇ 77 ਵੇਲਾ ਅੜ ਕੇ ਜੱਜ ਲਾਇਆ ਸੀ, ਉਹਦੇ ਬਾਅਦ ਇਹ ਜੱਜ ਲੱਗਿਆ, ਜੱਜ ਲੱਗਣ ਦੇ ਲਾਇਕ ਨਹੀਂ ਹੈ। ਇਹਨਾਂ ਦੀਆਂ ਜਿੰਨੀਆਂ ਉਂਗਲਾਂ ਗੰਦੀਆਂ ਭ੍ਰਿਸ਼ਟਾਚਾਰ ਦੇ ਵਿੱਚ ਕਿਸੇ ਹੋਰ ਦੀਆਂ ਹੈ ਨਹੀਂ। ਇਹਨਾਂ ਤੇ ਈਡੀ ਦੇ ਕਾਰਵਾਈਆਂ ਕਿਸ ਤਰ੍ਹਾਂ ਮੌਜੂਦਾ ਸਰਕਾਰ ਨੇ ਰੋਕੀਆਂ, ਇਹ ਮੈਂ ਸਾਰੀਆਂ ਜਾਣਦਾ। ਤਕਲੀਫ ਇਹ ਹੈ ਕਿ ਅਸੀਂ ਕਾਇਦੇ 'ਚ ਰਹਿੰਦੇ ਸੀ, ਬੋਲਦੇ ਨਹੀਂ ਸੀ ਕਿ ਜੱਜਾਂ ਤੋਂ ਗੁਰੇਜ਼ ਕਰੀਏ, ਪਰ ਸਮਾਂ ਆ ਗਿਆ ਕਿ ਜਿਹੜੇ ਹਿੰਦੁਸਤਾਨ ਦੇ ਇਸ ਕਿਸਮ ਦੇ ਖੌਤੀ ਆਪਣੇ ਆਪ ਨੂੰ ਇਮਾਨਦਾਰ ਜੱਜ ਦੱਸਦੇ ਆ, ਜਿਹੜੇ ਹਰ ਕਿਸਮ ਦੀ ਡਰਟੀ ਡੈਲੂਸ਼ਨ ਪੋਲਿਟਿਕਸ ਕਰਦੇ ਆ, ਹੁਣ ਉਹ ਰਿਟਾਇਰ ਹੋਏ ਆ, ਹੁਣ ਉਹਨਾਂ ਨੂੰ ਵੀ ਬਰਾਜਮਾਨ ਕੀਤਾ ਜਾਊਗਾ, ਕਿਤੇ ਨਾ ਕਿਤੇ ਕਿਸੇ ਜਗ੍ਹਾ ਤੇ ਬਿਠਾਇਆ ਜਾਊਗਾ। ਪਹਿਲਾਂ ਇੱਕ ਹੋਰ ਜੱਜ ਸੀਗੇ ਇਹਨਾਂ ਦੇ
ਜਿਹੜੇ ਟੌਪ ਜੱਜ ਜਿਨ੍ਹਾਂ ਨੂੰ ਇੱਕ ਵਾਰ ਆਈਬੀ ਨੇ ਕਹਿਤਾ ਸੀ ਜੱਜ ਲੈਣ ਦੇ ਕਾਬਲ ਨਹੀਂ ਹੈ, ਫਿਰ ਅਰੁਣ ਜੈਟਲੀ ਜੀ ਨੇ ਅਡਵਾਨੀ ਜੀ ਨਾਲ ਮਿਲ ਕੇ ਉਹਨਾਂ ਨੂੰ ਕਲੀਅਰ ਕਰਾ ਕੇ ਮੁੜ ਕੇ ਜੱਜ ਲਾਇਆ, ਫਿਰ ਅਲਟੀਮੇਟਲੀ ਉਹਨਾਂ ਨੂੰ ਸੁਪਰੀਮ ਕੋਰਟ ਦੇ ਬੈਂਚ ਤੇ ਲੈ ਕੇ ਗਏ, ਹੁਣ ਗ੍ਰੀਨ ਟ੍ਰਿਬਿਊਨਲ ਤੇ ਬਿਠਾਇਆ ਹੋਇਆ ਹੈ। ਇਸ ਕਿਸਮ ਦੀ ਪੋਲੀਟੀਕਲ ਇੰਟਰਫੀਅਰੈਂਸ ਜਦ ਜੁਡੀਸ਼ਰੀ ਨੂੰ ਵੀ ਤੋੜ ਮਰੋੜ ਕੇ ਐਸਪੀਰੇਸ਼ਨ ਸੂਬਿਆਂ ਦੀਆਂ ਖਤਮ ਕਰਨਗੇ, ਰਿਲੀਜਨ ਦੀਆਂ ਕਰਨਗੇ, ਮਾਈਨੋਰਿਟੀਜ਼ ਦੀਆਂ ਕਰਨਗੇ, ਇਹ ਮੁਲਕ ਖਾਨਾਬੰਦੀ ਵੱਲ ਤੋਰਨਗੇ, ਇਹ ਮੁਲਕ ਇਕੱਠਾ ਨਹੀਂ ਰਹਿ ਸਕੂਗਾ। ਇਹ ਬਹੁਤ ਮਾੜੇ ਸੰਕੇਤ ਹੈ। ਬਹੁਤ ਵੱਡਾ ਤੁਸੀਂ ਸਵਾਲ ਖੜਾ ਕਰ ਦਿੱਤਾ ਜੁਡੀਸ਼ਰੀ ਦਾ। ਨਾਲੇ ਟੰਡਾ ਸਾਹਿਬ ਤੁਸੀਂ ਖੁਦ ਇੱਕ ਬੜੇ ਨਾਮੀ ਵਕੀਲ ਹੋ ਤੇ ਬੜਾ ਵੱਡਾ ਸਵਾਲ ਖੜਾ ਕਰ ਦਿੱਤਾ ਉਸ ਜੱਜਮੈਂਟ ਤੇ ਨਾਲ ਇੱਕ ਗੱਲ ਦੱਸੋ ਕਿ ਜਿਸ ਤੇ ਤੁਸੀਂ ਸਵਾਲ ਖੜੇ ਕਰ ਰਹੇ ਹੋ ਉਹ ਉਹੀ ਲੋਕ ਨੇ ਜਿਨ੍ਹਾਂ ਵਾਸਤੇ ਤੁਸੀਂ ਇਹ ਕਹਿੰਦੇ ਸੀ ਕਿ ਸਾਡਾ 9 ਮਾਸ ਦਾ ਰਿਸ਼ਤਾ, ਕੀ ਹੁਣ 9 ਮਾਸ ਦਾ ਰਿਸ਼ਤਾ ਉੱਥੇ ਹੁਣ ਉਹ ਕਿਸ ਤਰੀਕੇ ਨਾਲ ਹੁਣ ਉਹਨੂੰ ਦੇਖਦੇ ਹੋ ਕਿ ਇੰਨੇ ਕੁ ਮਾੜੇ ਹੋ ਗਏ ਕਿ ਤੁਸੀਂ ਹੁਣ ਬਿਲਕੁਲ ਹੀ ਉਹਨਾਂ ਦੇ ਉਂਗਲਾ ਚੱਕ ਰਹੇ ਹੋ? ਜੀ ਸੁਰਿੰਦਰ ਜੀ, ਇੱਕ ਸਮਾਂ ਸੀ ਜਦ ਬਲੂ ਸਟਾਰ ਹੋਇਆ, ਇੰਦਰਾ ਗਾਂਧੀ ਜੀ ਦੇ ਅਸੈਸੀਨੇਸ਼ਨ ਦੇ ਬਾਅਦ ਕਿਸ ਤਰ੍ਹਾਂ ਬਲੱਡਸ਼ੈਡ ਕੀਤਾ ਗਿਆ, ਸਿਰਫ ਇਹ ਦੇਖ ਕੇ ਕਿ ਸਿੱਖ ਧਰਮ ਦੇ ਬੰਦੇ ਆ ਉਹਨਾਂ ਨੂੰ ਵੱਢਿਆ ਟੁੱਕਿਆ ਗਿਆ, ਉਹਨੂੰ ਦੰਗਿਆਂ ਦਾ ਨਾਮ ਕਹਿੰਦੇ ਆ, ਨਸਲ ਕੁਛ ਨਹੀਂ ਸੀ ਉਹ। ਉਹਦੇ ਬਾਅਦ ਬੜਾ ਮੋਰਲ ਡਿੱਗਿਆ ਹੋਇਆ ਸੀ ਪੰਜਾਬੀਆਂ ਦਾ, ਸਿੱਖਾਂ ਦਾ ਪਾਰਟਿਕੂਲਰਲੀ। ਜੇ 에ਅਰਪੋਰਟ ਤੇ ਜਾਣਾ, ਤਲਾਸ਼ੀਆਂ ਹੋਣੀਆਂ, ਇੱਕ ਸਸਪੀਸ਼ਨ ਦੇ ਨਾਲ ਦੇਖਿਆ ਜਾਂਦਾ ਸੀ, ਏਲੀਨੇਟ ਹੋਏ ਸੀ। ਉਸ ਸਮੇਂ ਜਿਹੜੀ ਅਟਲ ਬਿਹਾਰੀ ਵਾਜਪਾਈ ਜੀ ਦੀ ਲੀਡਰਸ਼ਿਪ ਸੀ ਉਹਨੇ ਇੱਕ ਬੜਾ ਸੂਦਨਿੰਗ ਇਫੈਕਟ ਦਿੱਤਾ। ਉਹ ਜਿਹੜਾ ਸੀ ਅਲਾਈਅੰਸ ਕੀਤਾ ਉਹ ਬੜਾ ਸੋਚ ਸਮਝ ਕੇ ਕੀਤਾ ਸੀ, ਐਂਡ ਉਸ ਅਲਾਈਅੰਸ ਦਾ ਅਸਰ ਇਹ ਹੋਇਆ ਸੀ ਕਿ ਮੁੜ ਅਸੀਂ ਧਰਮ ਨਿਭਾਇਆ, 100% ਧਰਮ ਨਿਭਾਇਆ, ਐਂਡ ਅਟਲ ਬਿਹਾਰੀ ਜੀ ਦਾ ਡੀਲ ਕਰਨਾ ਤਰੀਕਾ ਟੋਟਲੀ ਡਿਫਰੈਂਟ ਸੀ। ਉਹ ਇੱਕ ਬਹੁਤ ਵੱਡੇ ਸਿਆਸਤਦਾਨ ਸੀ, ਸਟੇਟਸਮੈਨ ਸੀ, ਇਸ ਹੱਦ ਤੱਕ ਕਿ ਨਰਸਿਮਹਾ ਰਾਓ ਜੀ ਦੇ ਇਨਵੀਟੇਸ਼ਨ ਤੇ ਉਹ ਯੂਐਨਓ ਚ ਵੀ ਜਾ ਕੇ ਇੰਡੀਆ ਦੇ ਐਜ਼ ਅ ਰਿਪਰੈਜ਼ੈਂਟੇਟਿਵ ਬੋਲੇ। ਉਹ ਓਕੇਜਨ ਤੇ ਬਹੁਤ ਆਪਣੇ ਆਪ ਦਾ ਵਿਸ਼ਾਲ ਸਰੂਪ ਬਣਾ ਕੇ ਉੱਠ ਕੇ ਆਉਂਦੇ ਸੀ। ਐਜ਼ ਪ੍ਰਾਈਮ ਮਿਨਿਸਟਰ ਵੀ ਉਹ ਕਿਸੇ ਗੋਚਰੇ ਨਹੀਂ ਰਹੇ, ਉਹ ਆਪਣੇ ਹੱਥ 'ਚ ਅਸਤੀਫਾ ਰੱਖਦੇ ਸੀ ਤੇ ਉਹਨਾਂ ਦੀ ਪਰਸਨੈਲਿਟੀ ਐਡੀ ਸਟਰੋਂਗ ਸੀ ਕਿ ਆਪੋਜੀਸ਼ਨ ਦੇ ਲੋਕ ਵੀ ਉਹਨਾਂ ਦੇ ਅੱਗੇ ਬੋਲਦੇ ਨਹੀਂ ਸੀ, ਉਹਨਾਂ ਦੇ ਕਰੈਕਟਰ ਤੇ ਉਂਗਲੀ ਨਹੀਂ ਸੀ ਚੱਕਦੇ। ਉਸ ਰਿਸ਼ਤੇ 'ਚ ਅਸੀਂ 9 ਮਾਸ ਦਾ ਰਿਸ਼ਤਾ ਕੀ ਭਾਈਚਾਰਕ ਰਿਸ਼ਤਾ ਸਮਝਦੇ ਸੀ। ਪਰ ਅੱਜ ਦੀ ਜਿਹੜੀ ਸ਼ਕਲ ਬਦਲੀ ਹੈ ਬੀਜੇਪੀ ਦੀ, ਜੋ ਬੀਜੇਪੀ ਨੇ ਤੌਰ ਤਰੀਕੇ ਅਡਾਪਟ ਕੀਤੇ ਹਨ ਪ੍ਰੈਜ਼ੈਂਟ ਲੀਡਰਸ਼ਿਪ ਦੇ ਵਿੱਚ, ਇਹ ਸਮਝਦੇ ਆ ਕਿ ਸਾਰਿਆਂ ਨੂੰ ਇੱਕ ਕਿਲ ਕਰਕੇ ਵਨ ਪਾਰਟੀ ਸ਼ੋਅ ਬਣਾ ਲੈਣਗੇ, ਉਸ ਪਾਸੇ ਲੱਗੇ ਹੋਏ ਆ। ਕਿਸ ਤਰ੍ਹਾਂ ਤੁਸੀਂ ਦੇਖੋ ਪਖੰਡਬਾਜ਼ੀ ਕਿਸ ਤਰ੍ਹਾਂ ਦੀ ਹੈਗੀ ਕਿ ਹੁਣ ਉਹ ਜਿਹੜੇ ਮੌਕਾ ਪ੍ਰਸਤ ਸੋ ਕਾਲਡ ਸਿੱਖ ਸਰੂਪ ਦੇ ਲੋਕ ਆ ਜਿਨ੍ਹਾਂ ਨੂੰ ਆਪਣੀ ਪਾਰਟੀ 'ਚ ਲੈ ਕੇ ਗਏ ਆ, ਹੁਣ ਉਹਨਾਂ ਨੂੰ ਮੂਹਰੇ ਕਤਾਰਾਂ 'ਚ ਬਿਠਾਉਂਦੇ ਆ, ਆਪਣੀ ਲੀਡਰਸ਼ਿਪ ਨੂੰ ਪਿੱਛੇ ਕੀਤਾ ਹੋਇਆ। ਲਾਲਪੁਰਾ ਜੀ ਮੇ ਬੀ ਅ ਗੁੱਡ ਮੈਨ, ਮੈਂ ਉਹਨਾਂ ਤੇ ਕੋਈ ਉਂਗਲੀ ਨਹੀਂ ਚੱਕਦਾ, ਪਰ ਉਹਨਾਂ ਨੂੰ ਲਿਜਾ ਕੇ ਸਿਰਫ ਇਸ ਲਈ ਚੱਕ ਕੇ ਬਿਠਾਣਾ ਉਸ ਜਗ੍ਹਾ ਦੇ ਉੱਤੇ ਮਾਈਨੋਰਿਟੀ ਕਮਿਸ਼ਨ ਤੇ, ਕਿਉਂਕਿ ਮੰਤਵ ਪੰਜਾਬ ਦਾ ਹੈ, ਉਹਨਾਂ ਨੂੰ ਫਿਰ ਖੁੱਲੇ ਛੱਡਣਾ ਕਿ ਉਹ ਇੱਕ ਇੱਕ ਨੂੰ ਅਪਰੋਚ ਕਰਨ ਐਸਜੀਪੀਸੀ ਦੇ ਮੈਂਬਰ ਨੂੰ, ਫਿਰ ਐਸਜੀਪੀਸੀ ਦੇ ਮੈਂਬਰਾਂ ਨੂੰ ਪੈਸੇ ਆਫਰ ਕਰਨਾ, ਫਿਰ ਉਹਨਾਂ ਨੂੰ ਕਹਿਣਾ ਤੁਸੀਂ ਕੰਮ ਕਰਾ ਲਓ ਸੈਂਟਰ ਤੋਂ। ਕਈ ਇਹੋ ਜਿਹੇ ਸਾਡੇ ਗਿਰੇ ਹੋਏ ਲੋਕ ਹੈ ਜਿਹੜੇ 2-2 3-3 ਗਨਮੈਨ ਸਿਕਿਉਰਿਟੀ ਲੈਣ ਲਈ ਇਹਨਾਂ ਦੇ ਮਗਰ ਪੂੰਛ ਲਾਉਂਦੇ ਫਿਰਦੇ ਆ, ਉਹਨਾਂ ਨੂੰ ਲਾ ਕੇ ਮਗਰ ਫਿਰ ਧਮਕੀਆਂ ਦੇਣੀਆਂ ਕਿ ਤੁਹਾਡੀ ਬਿਜ਼ਨਸ ਤਬਾਹ ਕਰ ਦਾਂਗੇ ਤੁਹਾਨੂੰ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਨੈਸ਼ਨਲ ਏਜੰਸੀਜ਼ ਦਾ ਦੁਰਉਪਯੋਗ ਹੋ ਰਿਹਾ ਕਿ ਨਹੀਂ ਹੋ ਰਿਹਾ? ਜਿੱਦਨ ਰਾਜਸਥਾਨ ਦੇ ਵਿੱਚ ਲੜਾਈ ਹੁੰਦੀ ਹੈ ਪਾਇਲਟ ਦੀ ਤੇ ਗਹਿਲੋਟ ਦੀ, ਉਸੇ ਟਾਈਮ ਏਜੰਸੀਜ਼ ਆ ਜਾਂਦੀਆਂ, ਅੱਗੇ ਪਿੱਛੇ ਕਿਉਂ ਨਹੀਂ ਆਉਂਦੀਆਂ? ਹੁਣ ਬੰਦ ਹੋ ਗਏ, ਹੁਣ ਗਹਿਲੋਟ ਜੀ ਤੇ ਕੋਈ ਕਿਸੇ ਕਿਸਮ ਦਾ ਕਿੰਤੂ ਪ੍ਰੰਤੂ ਨਹੀਂ ਰਿਹਾ। ਇਹ ਬੜੀ ਐਪਰੈਂਟ ਹੈ, ਇਹ ਦੱਸਣ ਦੀ ਲੋੜ ਨਹੀਂ ਹੈ ਜਿਸ ਤਰ੍ਹਾਂ ਦਾ ਮਿਸਯੂਜ਼ ਅਥਾਰਟੀਜ਼ ਦਾ ਹੋ ਰਿਹਾ ਹੈ। ਬਟ ਐਨੀ ਹਾਓ, ਪਰ ਟੰਡਾ ਸਾਹਿਬ ਮਾਫੀ ਚਾਹਨਾ ਤੁਹਾਨੂੰ ਇੱਥੇ ਹੀ ਟੋਕ ਰਿਹਾ, ਕਿਉਂਕਿ ਇਸੇ ਪੁਆਇੰਟ ਤੇ ਇਹ ਜਿਹੜੀ ਸੈਂਟਰ ਸਰਕਾਰ ਹੈ ਉਸ ਤੇ ਵੀ ਸਵਾਲ ਚੱਕੇ ਜਾਂਦੇ ਨੇ ਕਿ ਉਹ ਆਪਣੀ ਜਿਹੜੀ ਉਹਨਾਂ ਦੇ ਅੰਡਰ ਆਉਂਦੀ ਹੈ ਸੀਬੀਆਈ ਈਡੀ ਉਹਦਾ ਮਿਸਯੂਜ਼ ਕਰਦੀ ਹੈ, ਤੇ ਜਿਹੜੀ ਸੂਬਾ ਸਰਕਾਰ ਹੈ, ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਹਰ ਸੂਬਾ ਸਰਕਾਰ ਉਹਦੇ ਤੇ ਆਰੋਪ ਲਾਏ ਜਾਂਦੇ ਨੇ ਕਿ ਉਹ ਵੀ ਪੁਲਿਸ ਮਹਿਕਮੇ ਦਾ ਉਹ ਆਪਣਾ ਜਿਵੇਂ ਵਿਜੀਲੈਂਸ ਦੀ ਹੁਣ ਇਹਨਾਂ ਤੇ ਆਰੋਪ ਲਾਏ ਜਾਂਦੇ ਨੇ ਕਿ ਵਿਜੀਲੈਂਸ ਦਾ ਯੂਜ਼ ਕਰਦੇ ਨੇ, ਤਾਂ ਇਹ ਆਰੋਪ ਤਾਂ ਅਕਾਲੀ ਦਲ ਸਰਕਾਰ ਸੀ ਉਦੋਂ ਵੀ ਲੱਗਦੇ ਰਹੇ। ਤਾਂ ਇੱਥੇ ਮੈਨੂੰ ਲੱਗਦਾ ਕਿ ਸ਼ਾਇਦ ਉਹ ਬਾਇਸ ਹੋ ਜਾਏਗਾ ਕਿ ਆਪਾਂ ਸੈਂਟਰ ਨੂੰ ਜਿਸ ਤਰੀਕੇ ਨਾਲ ਅਗਰ ਉਹਨਾਂ ਵਾਲੇ ਪਾਸੇ ਉਂਗਲ ਚੱਕ ਰਹੇ ਆ, ਤਾਂ ਇਹ ਸਭ ਚੀਜ਼ਾਂ ਸੂਬਾ ਸਰਕਾਰ 'ਚ ਵੀ ਹੁੰਦੀਆਂ, ਹਰ ਸਰਕਾਰ 'ਚ ਹੁੰਦੀ ਹੈ। ਉਹ ਆਪਦੀ ਜਿਹੜੀ ਅਫਸਰਸ਼ਾਹੀ ਹੈ
ਉਸ ਨੂੰ ਹੁਕਮ ਸੁਣਾਉਂਦੀ ਹੈ ਤੇ ਉਸ ਦੇ ਅੱਗੇ ਪਹਿਲੇ ਦਿਨ ਹੀ ਏਜੰਡਾ ਰੱਖ ਦਿੱਤਾ ਜਾਂਦਾ ਹੈ ਤੇ ਨਾਮ ਦੱਸ ਦਿੱਤਾ ਜਾਂਦਾ ਹੈ ਕਿ ਆਹ ਫਲਾਣਾ ਬੰਦਾ ਹੈ, ਸਾਨੂੰ ਨਹੀਂ ਪਤਾ ਤੁਸੀਂ ਕਿਵੇਂ ਕਰਨਾ ਹੈ, ਉਹ ਤੁਹਾਡੀ ਮਰਜ਼ੀ, ਪਰ ਮੈਨੂੰ ਇਹ ਬੰਦਾ ਚਾਹੀਦਾ ਹੈ। ਜੀ ਮੈਂ ਐਗਰੀ ਕਰਦਾ ਤੁਹਾਡੇ ਨਾਲ, ਨੌਕਰਸ਼ਾਹੀ ਖੋਖਲੀ ਹੋ ਚੁੱਕੀ ਹੈ, ਆਈ ਐਗਰੀ ਵਿਦ ਯੂ। ਜਿਹੜਾ ਮੌਕੇ ਦਾ ਰਾਜ ਭਾਗ ਚ ਬੈਠਾ ਉਹਨਾਂ ਦੇ ਨੀਚੇ ਲੰਮੇ ਹੀ ਪੈ ਜਾਂਦੇ ਆ, ਸਪਾਈਨ ਹੀ ਹੈ ਨਹੀਂ, ਇਹ ਮੈਂ ਐਗਰੀ ਕਰਦਾ ਤੁਹਾਡੇ ਨਾਲ। ਪਰ ਸਵਾਲ ਇਹ ਹੈ ਕਿ ਇੱਕ ਅੰਗਰੇਜ਼ਾਂ ਦੇ ਜ਼ਮਾਨੇ ਚ ਲੜ ਕੇ ਇੱਕ ਐਕਟ ਬਣਿਆ, ਖੁਦ ਮੁਖਤਿਆਰੀ ਗੁਰਦੁਆਰਿਆਂ ਦੀ ਮੈਨੇਜਮੈਂਟ ਇੱਕ ਕੌਮ ਨੂੰ ਮਿਲੀ ਹੈ, ਉਹਦੇ ਚ ਇੰਟਰਫੀਅਰੈਂਸ ਦੀ ਲੋੜ ਕੀ ਹੈ? ਅੱਗੇ ਕੈਪਟਨ ਅਮਰਿੰਦਰ ਜੀ ਨੇ ਵੀ ਕੋਸ਼ਿਸ਼ ਕੀਤੀ ਸੀ, ਨਾਕਾਮਯਾਬ ਹੋਏ। ਹੁਣ ਇਹਨਾਂ ਨੇ ਵੀ ਕੀਤੀ ਹੈ, ਨਾਕਾਮਯਾਬ ਹੋਣਗੇ। ਮੈਂ ਸਮਝਦਾ ਇੱਕ ਵੈਲਕਮ ਸਾਈਨ ਹੈ, ਸਾਨੂੰ ਤਾਂ ਬਹੁਤ ਸਟਰੈਂਥ ਮਿਲੀ ਹੈ। ਪੂਰੇ ਪੰਜਾਬੀਆਂ ਲਈ, ਸਿੱਖਾਂ ਲਈ ਇੱਕ ਬਹੁਤ ਬੜਾ ਪ੍ਰਸ਼ਨ ਹੈ। ਉਹ ਪ੍ਰਸ਼ਨ ਇਹ ਹੈ ਕਿ ਕਿਆ ਇਹ ਸਾਨੂੰ ਲਤਾੜ ਲੈਣਗੇ, ਕਿਆ ਇਹ ਸਾਨੂੰ ਮਾਰ ਲੈਣਗੇ, ਕਿਆ ਇਹ ਗੁਰਦੁਆਰਿਆਂ ਤੇ ਕਬਜ਼ਾ ਸੈਂਟਰ ਕਰ ਲੂਗੀ ਜਿਸ ਤਰ੍ਹਾਂ ਕਈ ਮੰਦਰਾਂ ਤੇ ਵੀ ਕੀਤਾ ਹੋਇਆ? ਇਹ ਪੋਸੀਬਲ ਨਹੀਂ ਹੈ। ਅੱਜ ਅਸੀਂ ਇਸ ਐਂਗਲ ਤੋਂ ਦੇਖਿਆ, ਦੇਖੋ ਪੋਲੀਟੀਕਲ ਪਾਰਟੀਆਂ ਦੇ ਵਿੱਚ ਡੈਡਵੁੱਡ ਵੀ ਆ ਜਾਂਦੀ ਹੈ, ਸਾਡੇ ਚੱਲਦੇ ਚੱਲਦੇ ਸਾਡੇ ਤੋਂ ਨਲਾਇਕੀਆਂ ਵੀ ਹੁੰਦੀਆਂ, ਗਲਤੀਆਂ ਵੀ ਹੁੰਦੀਆਂ, ਐਬਰੀਵੇਸ਼ਨਸ ਵੀ ਹੁੰਦੀਆਂ, ਐਂਡ ਜਿੰਨਾ ਅਸੀਂ ਨੁਕਸਾਨ ਬੀਬੀ ਜੀ ਕਰਕੇ ਉਠਾਇਆ, ਕਿਉਂਕਿ ਕੁਝ ਇਹਨਾਂ ਦੇ ਕ੍ਰੈਡੈਂਸ਼ੀਅਲਸ ਜਦ ਇਹਨਾਂ ਦੇ ਕੇਸ ਚੱਲੇ ਉਦੋਂ ਬਹੁਤ ਬੜੇ ਸਾਡੇ ਤੇ ਅਟੈਕ ਹੋਏ ਕਿ ਵਾਈ ਪ੍ਰੋਮੀਨੈਂਸ ਟੂ ਦਿਸ ਲੇਡੀ ਅਗੇਨ ਐਂਡ ਅਗੇਨ। ਬਟ ਫਿਰ ਵੀ ਅਕਾਲੀ ਦਲ ਨੇ ਬੜੀ ਲਿਬਰਲ ਅਪਰੋਚ ਰੱਖ ਕੇ ਇਹਨਾਂ ਨੂੰ ਪੂਰੀ ਸਨਮਾਨ ਦਿੱਤਾ, ਸਤਿਕਾਰ ਦਿੱਤਾ। ਅੱਜ ਬੀਬੀ ਜੀ ਦਾ ਜਾਣਾ ਸਾਨੂੰ ਸਾਰਿਆਂ ਨੂੰ ਇਸ ਲਈ ਦੁੱਖ ਨਹੀਂ ਹੁੰਦਾ ਕਿ ਬੀਬੀ ਜੀ ਚਲੇ ਗਏ, ਇਸ ਲਈ ਦੁੱਖ ਹੁੰਦਾ ਹੈ ਕਿ ਇਸ ਸੋਚ ਦੇ ਬੰਦਿਆਂ ਦੇ ਨਾਲ ਗਿਰਾਵਟ ਕਰੈਕਟਰ ਚ ਕਿੰਨੀ ਆ ਗਈ ਹੈ। ਵੇਅਰ ਵੀ ਵਿਲ ਸਟੈਂਡ। ਹੋਰ ਵੀ ਬੜੇ ਦੇਖੇ ਇੱਥੇ, ਮੈਂ ਲੁਧਿਆਣੇ ਚ ਵੀ ਦੇਖਿਆ, ਸਾਡੇ ਬੰਦੇ ਛੱਡ ਕੇ ਆਮ ਆਦਮੀ ਪਾਰਟੀ ਚ ਜਾ ਰਹੇ ਹੈ, ਕੋਈ ਕਿਸੇ ਚ ਜਾ ਰਿਹਾ ਹੈ। ਮਤਲਬ ਕਿ ਕੁਐਸਚਨ ਇਹ ਹੈ ਕਿ ਆਈਡੀਓਲੋਜੀਕਲ ਸਟੈਂਡ ਜਿਹੜਾ ਸੀ, ਆਈਡੀਓਲੋਜੀਕਲ ਬੌਂਡ ਸੀ ਜਿਹੜਾ, ਵੇਅਰ ਹੈਜ਼ ਦੈਟ ਗੋਨ? ਬੀਬੀ ਜੀ ਨੇ ਸਵਾਲ ਚ ਇੱਕ ਬੜਾ ਸ਼ਬਦ ਕਿਹਾ, ਲਿਫਾਫਾ ਕਲਚਰ। ਬੀਬੀ ਜੀ was conceived through that, delivered through that. Agreed. ਦੇਖੋ ਕੁਐਸਚਨ ਇਹ ਹੈ ਕਿ ਪੋਲੀਟੀਕਲ ਆਊਟਸੈਟ ਕੋਈ ਹੁੰਦਾ ਹੈ, ਉਹਦੇ ਵਿੱਚ ਡਿਸੀਜਨ ਮੇਕਿੰਗ ਇੱਕ ਸਿਸਟਮ ਹੁੰਦਾ, ਉਸ ਸਿਸਟਮ ਦੇ ਵਿੱਚ ਫਿਰ ਡਿਸੀਜਨ ਮੇਕਿੰਗ ਚਾਹੁੰਦਾ ਹੈ ਕਿ who will head, and unluckily we don't have a person as strong as ਤੋੜਾ ਸਾਹਿਬ, ਗੁਰਚਰਨ ਸਿੰਘ ਤੋੜਾ ਜੀ। ਉਹਨਾਂ ਦੇ ਹੁੰਦੇ ਹੋਏ ਉਹ ਆਪਣੇ ਆਪ ਹੀ ਇੰਨੀ ਉਹਨਾਂ ਦੇ ਕੋਲ ਸਪੇਸ ਸੀਗੀ ਕਿ ਉਹਨਾਂ ਦੇ ਹੁੰਦੇ ਸੋਚਣਾ ਨਹੀਂ ਸੀ ਪੈਂਦਾ ਕਿ ਕੌਣ ਹੋਰ ਆਊਗਾ। ਹੀ ਕੰਟਰੀਬਿਊਟਡ, ਉਹਨਾਂ ਨੇ ਕਾਫੀ ਕੰਟਰੀਬਿਊਸ਼ਨ ਵੀ ਕੀਤੀ ਇਸ ਸੰਸਥਾ ਲਈ, ਬਟ ਕੰਟੀਨਿਊਟੀ ਦੇ ਨਾਲ ਨੁਕਸਾਨ ਵੀ ਕਈ ਵਾਰ ਹੁੰਦੇ ਆ ਸਿਸਟਮ ਦੇ ਵਿੱਚ। ਜਿਵੇਂ ਮੈਂ ਕਿਹਾ ਤੁਹਾਨੂੰ, ਕਰੋਜਨਸ ਵੀ ਆ ਜਾਂਦੀ ਹੈ, ਜੰਗਾਲ ਵੀ ਲੱਗ ਜਾਂਦਾ ਹੈ, ਪਾਣੀ ਸਟੈਗਨੇਟ ਵੀ ਕਰ ਜਾਂਦਾ ਹੈ, ਬਟ ਐਟ ਦ ਸੇਮ ਟਾਈਮ ਹੀ ਵਾਸ ਅ ਵੈਰੀ ਸਟਰੋਂਗ ਪਰਸਨ, ਹੀ ਸਟੂਡ ਫਰਮ। ਪਰ ਅੱਜ ਇਹ ਹੈ ਕਿ ਸਾਨੂੰ ਸਮੇਂ ਅਨੁਸਾਰ ਦੇਖਣਾ ਪੈਂਦਾ ਹੈ ਕਿ ਹੂ ਵਿਲ ਹੈਡ। ਐਂਡ ਇੱਕ ਚੀਜ਼ ਮਹਿਸੂਸ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਨਹੀਂ, ਪੂਰੇ ਵਰਲਡ ਦੇ ਵਿੱਚ ਮਹਿਸੂਸ ਹੋਈ ਹੈ ਕਿ ਮਿਸਟਰ ਧਾਮੀ ਇਜ਼ ਅ ਮੈਨ ਵਿਦ ਸਕਰੂਪਲਸ। ਇਹ ਵੀ ਸਾਬਤ ਹੋਈ ਹੈ ਕਿ ਧਾਮੀ ਸਾਹਿਬ ਇੱਕ ਇਮਾਨਦਾਰ ਸ਼ਖਸ ਐਂਡ ਕਮਿਟਡ ਹੈ। ਉਹ ਜਿਸ ਸੰਸਥਾ ਨੂੰ ਹੈਡ ਕਰਦੇ ਹੈ ਉਸ ਦੀ ਕੁਰਸੀ ਤੇ ਬੈਠਣ ਦੇ ਯੋਗ ਹੈ, ਇਹ ਮਹਿਸੂਸ ਹੋਇਆ। ਮਤਲਬ ਇਹ ਮੰਨਦੇ ਹੋ ਤੁਸੀਂ ਕਿ ਸਿਲੈਕਸ਼ਨ ਆਫ ਕੈਂਡੀਡੇਟ ਇੱਥੇ ਬੜੀ ਵਧੀਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ? ਅਗਰ ਇੱਥੇ ਸਿਲੈਕਸ਼ਨ, ਅਗਰ ਇਹ ਵਾਈਸ ਵਰਸਾ ਹੁੰਦਾ ਟਾਡਾ ਸਾਹਿਬ, ਵਾਈਸ ਵਰਸਾ ਦਾ ਕਹਿਣ ਦਾ ਮਤਲਬ, ਮੰਨ ਲਓ ਜਗੀਰ ਕੌਰ ਜੀ ਐਸਜੀਪੀਸੀ ਵੱਲੋਂ ਮਤਲਬ ਅਕਾਲੀ ਦਲ ਦੀ ਸਪੋਰਟ ਤੇ ਖੜੇ ਹੁੰਦੇ, ਜੇ ਧਾਮੀ ਜੀ ਆਜ਼ਾਦ ਖੜੇ ਹੋ ਜਾਂਦੇ, ਤਾਂ ਤੁਹਾਨੂੰ ਲੱਗਦਾ ਕਿ ਵਾਕਈ ਇਹ ਨਤੀਜਾ ਹੀ ਰਹਿਣਾ ਸੀਗਾ, ਧਾਮੀ ਜੀ ਨੂੰ ਫਿਰ ਵੀ 104 ਪੈ ਹੀ ਜਾਣੀਆਂ ਸੀਗੀਆਂ? ਇਸ ਗੱਲ ਨੂੰ ਤਾਂ ਮੰਨਦੇ ਹੋ ਨਾ? ਨਹੀਂ, ਧਾਮੀ ਜੀ ਦੀ ਪਰਸਨੈਲਿਟੀ ਕੁਝ ਹੋਰ ਹੈ, ਧਾਮੀ ਜੀ ਦੀ ਐਕਸੈਪਟੇਬਿਲਿਟੀ ਹੋਰ ਹੈ। ਲੀਡਰਸ਼ਿਪ ਜਦ ਤੈਅ ਕਰਦੀ ਆ ਉਹਦੇ ਚ ਵੀ ਇਹ ਦੇਖਦੀ ਹੈ ਕਿ ਕਿਹਦੀ ਐਕਸੈਪਟੇਬਿਲਿਟੀ ਹੈ। ਕੱਲਾ ਇਹੀ ਨਹੀਂ ਹੈ ਕਿ ਚਿਹਰੇ ਦੇਖ ਕੇ ਹੁੰਦਾ, ਕਿਸ ਦੀ ਐਕਸੈਪਟੇਬਿਲਿਟੀ ਹੈ, ਉਹ ਐਕਸੈਪਟੇਬਿਲਿਟੀ ਦੇਖ ਕੇ ਗੱਲ ਹੁੰਦੀ ਹੈ। ਧਾਮੀ ਜੀ ਦੀ ਐਕਸੈਪਟੇਬਿਲਿਟੀ ਬਣੀ ਹੈ। ਧਾਮੀ ਜੀ ਨੇ ਜਿਹੜਾ ਸਾਲ ਭਰ ਕੰਮ ਕੀਤਾ ਹੈ, ਉਹਦੇ ਬਾਅਦ ਮੈਂ ਖੁਦ ਦੱਸਦਾ, ਮੈਂ ਬੜੀ ਵਾਰ ਉਹਨਾਂ ਨੂੰ ਕਈ ਇਸ਼ੂਜ਼ ਤੇ ਅਪਰੋਚ ਕੀਤਾ। ਇਸ ਸੋ ਹੰਬਲ, ਉਸ ਸ਼ਖਸ ਚ ਨਜ਼ਰ ਹੀ ਨਹੀਂ ਆਉਂਦਾ ਕਿ ਉਹ ਪ੍ਰਧਾਨ ਵਾਂਗੂ ਆਪਣੇ ਆਪ ਨੂੰ ਓਵਰਸਰਟ ਕਰਦਾ ਹੈ। ਹੀ ਇਜ਼ ਕਿਊ ਦੇ ਵਿੱਚ ਸਭ ਤੋਂ ਪਿੱਛੇ ਖੜੇ ਹੁੰਦੇ ਆ, ਮਰਿਆਦਾ ਪੂਰੀ ਫੋਲੋ ਕਰਦੇ ਆ। ਐਂਡ ਉਸ ਸ਼ਖਸ ਦੇ ਮੈਂ ਉਹ ਨਹੀਂ ਦੇਖਿਆ ਕਿ 10-10 ਗੱਡੀਆਂ ਲਈ ਫਿਰਦਾ ਹੈ। ਹੀ ਹੈਜ਼ ਪ੍ਰੂਵਡ ਹਿਜ਼ ਓਨ ਸਿਕਿਉਰਿਟੀ, ਹੀ ਹੈਜ਼ ਚੇਂਜਡ ਦੀ ਸਿਸਟਮਸ, ਹੀ ਹੈਜ਼ ਟਰਾਈਡ ਟੂ ਇੰਪਰੂਵ ਦੀ ਵਰਕਿੰਗ ਆਫ ਐਸਜੀਪੀਸੀ। ਹੁਣ ਹੋਰ ਸਬ ਕਮੇਟੀਆਂ ਬਣਾਈਆਂ। ਆਈ ਥਿੰਕ
ਹੀ ਵਾਸ ਨੀਡ ਆਫ ਦਾ ਆਰ, ਐਂਡ ਇਸ ਵਜ੍ਹਾ ਕਰਕੇ ਉਹਨਾਂ ਨੂੰ ਮੁੜ ਕੇ ਲਿਆਣਾ ਅੱਛਾ ਸੀ, ਸਾਡੀ ਪਾਰਟੀ ਦੇ ਹਿੱਤ 'ਚ ਵੀ ਸੀ, ਐਸਜੀਪੀਸੀ ਦੇ ਹਿੱਤ 'ਚ ਵੀ ਸੀ। ਤੇ ਉਸ ਸਮੇਂ ਆ ਕੇ ਹਮਲਾ ਕਰਨਾ, ਬੋਲਣਾ, ਅਟੈਕ ਕਰਨਾ ਕਿ ਮੈਨੂੰ ਨਹੀਂ ਬਣਾਇਆ। ਇਹ ਲੁਧਿਆਣੇ ਇੱਕ ਸਾਡੇ ਮੈਂਬਰ ਸਾਹਿਬ ਨੂੰ ਮਿਲਣ ਆਏ, ਉਹਨੂੰ ਕਹਿੰਦੇ ਮੈਂ ਗਈ ਸੀਗੀ ਸੁਖਬੀਰ ਜੀ ਕੋਲ ਕਿ ਮੈਂ ਬੇਲੀ ਹੋ ਗਈ ਤੇ ਮੈਨੂੰ ਪ੍ਰਧਾਨਗੀ ਦੇ ਦਿਓ। ਕਹਿੰਦੇ ਫਿਰ ਬੇਲਿਆਂ ਨੂੰ ਪ੍ਰਧਾਨਗੀ ਦੇਣੀ, ਮਤਲਬ ਦਿਸ ਇਜ਼ ਨੋ ਰੀਜ਼ਨ ਕਿ ਮੈਂ ਬੇਲੀ ਹੋ ਗਈ ਮੈਨੂੰ ਪ੍ਰਧਾਨਗੀ ਦੇ ਦਿਓ। ਐਂਡ ਜਿਹੜੀ ਇਹ ਕਹਿੰਦੀ ਹੈ ਮੈਂ ਹੁਣ ਬਣਾਉਂਗੀ ਉਹ ਚੈਨਲ, ਉਸ ਚੈਨਲ ਦਾ ਐਗਰੀਮੈਂਟ ਇਹਨਾਂ ਨੇ ਕੀਤਾ ਸੀਗਾ, ਜਿਹਦੇ ਤੇ ਇਲਜ਼ਾਮ ਲਾਉਂਦੇ ਆ ਨਾ ਕਿ ਇੱਕ ਪ੍ਰਾਈਵੇਟ ਚੈਨਲ ਪ੍ਰਕਾਸ਼ਿਤ ਕਰਦਾ ਉੱਥੋਂ ਗੁਰਬਾਣੀ, ਉਹ ਇਹਨਾਂ ਦੇ ਦਸਤਖਤਾਂ ਨਾਲ ਹੋਇਆ ਸੀ, ਇਹਨਾਂ ਦਾ ਫੈਸਲਾ ਸੀ, ਇਹਨਾਂ ਦੀ ਕਾਰਡ ਸੀ, ਇਹਨਾਂ ਦਾ ਚਾਈਲਡ ਸੀ ਉਹ ਕਿ ਗੁਰਬਾਣੀ ਆਣੀ ਚਾਹੀਦੀ ਹੈ। ਠੀਕ ਹੈ, ਅੱਛਾ ਸੀ, ਮੈਂ ਉਹ ਵੀ ਕ੍ਰਿਟਿਸਾਈਜ਼ ਨਹੀਂ ਕਰਦਾ, ਪਰ ਅੱਜ ਤੁਸੀਂ ਭੁੱਲ ਜਾਓ ਵਿਦ ਪੈਸੇਜ ਆਫ ਟਾਈਮ, ਤੁਸੀਂ ਕੋ ਮੈਂ ਆਪਣਾ ਚੈਨਲ ਬਣਾਉ। ਮੈਂ ਕਹਿੰਦਾ ਨਹੀਂ, ਉਹਨਾਂ ਦੇ ਬਿਆਨ ਥੋੜੇ ਜਿਹੇ ਮੈਂ ਦੱਸਦਾ ਹਾਈਲਾਈਟ। ਉਹ ਕਹਿੰਦੇ ਬਾਈਬਲ ਕਲਾ ਕਾਂਡ ਵੀ ਇਹਨਾਂ ਦੀ ਵਜ੍ਹਾ ਨਾਲ ਹੋਇਆ, ਉਹ ਸਾਰਾ ਕੁਝ ਕਹਿੰਦੇ ਇਹਨਾਂ ਦੇ ਹੁਣ ਮੈਂ ਸਾਰਾ ਕੁਝ ਫਰੋਲ ਦਾਂਗੀ, ਤਾਂ ਸਾਧ ਨੂੰ ਮਾਫੀ ਵੀ ਇਹਨਾਂ ਨੇ ਦਿੱਤੀ, ਉਹ ਸਾਰਾ ਕੁਝ। ਮਤਲਬ ਮੈਂ ਉਹੀ ਸੋਚ ਰਿਹਾ ਸੀ ਵੀ 27 ਸਾਲ ਦਾ ਪਹਿਲਾਂ ਇੱਕ ਪਾਰਟੀ ਨੇ ਪ੍ਰਧਾਨਗੀ ਵੀ ਦਿੱਤੀ, ਇੱਕ ਵਾਰ ਨਹੀਂ 4 ਵਾਰ ਦਿੱਤੀ, ਤੇ ਪਾਰਟੀ ਨੇ ਅਹੁਦੇਦਾਰੀਆਂ ਵੀ ਦਿੱਤੀਆਂ, ਪਾਰਟੀ ਨੇ ਸਾਰਾ ਕੁਝ ਦੇਣ ਦੇ ਬਾਵਜੂਦ ਕੀ ਵਾਕਈ ਇੰਨਾ ਕੁ ਜ਼ਿਆਦਾ ਹੁਣ ਇਹ ਭਾਰੂ ਪੈ ਜਾਂਦਾ ਪ੍ਰਧਾਨਗੀ? ਜਾਂ ਕਿਸੇ ਨੂੰ ਆਪਾਂ ਦੇਖਦੇ ਹਾਂ ਕਿ ਹਾਂ ਮਤਲਬ ਐਮਐਲਏ ਦੀ ਜੇ ਮੈਨੂੰ ਟਿਕਟ ਨਹੀਂ ਮਿਲੀ ਤਾਂ ਮੈਂ ਫੁਲਾਰੀ ਮਾਰ ਕੇ ਜਾਂ ਤਾਂ ਮੈਂ ਆਜ਼ਾਦ ਖੜਾ ਹੋਊਂਗਾ ਜੀ, ਜਾਂ ਤਾਂ ਮੈਂ ਉਹ ਪਾਰਟੀ ਚੱਲਾ। ਤਾਂ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਸਿਲੈਕਸ਼ਨ ਦੀ, ਕੀ ਵਾਕਈ ਉਹ ਜਿਹੜਾ ਸਿਲੈਕਸ਼ਨ ਹੋਈ ਹੈ, ਮੈਨੂੰ ਲੱਗਦਾ ਕਿ ਉਹ ਸਿਲੈਕਸ਼ਨ ਬਿਲਕੁਲ ਇਸ ਗੱਲ ਦੀ ਮੈਂ ਵੀ ਤਸਦੀਕ ਕਰਦਾ ਕਿ ਧਾਮੀ ਸਾਹਿਬ ਬੇਦਾਗ, ਤੇ ਉਹ ਹਾਲਾਂਕਿ ਇਧਰੋਂ ਬਿਆਨਬਾਜ਼ੀਆਂ ਬਹੁਤ ਆਈਆਂ ਤੇ ਧਾਮੀ ਸਾਹਿਬ ਵੱਲੋਂ ਕੋਈ ਇਹੋ ਜਿਹੀ ਬਿਆਨਬਾਜ਼ੀ ਵੀ ਨਹੀਂ ਆਈ, ਬਿਲਕੁਲ ਆਰਾਮ ਨਾਲ ਆਉਂਦੇ ਨੇ ਤੇ ਉਸ ਤਰੀਕੇ ਨਾਲ। ਜੀ, ਮੈਂ ਤਾਂ ਮੇਰੇ ਕੁਲੀਗ ਹੈ ਲਾਇਰ, ਮੈਂ ਤਾਂ 40 ਸਾਲ ਦਾ ਉਹਨਾਂ ਨੂੰ ਜਾਣਦਾ, ਉਹਨਾਂ ਦਾ ਕਰੈਕਟਰ 'ਚ ਹੀ ਨਹੀਂ ਹੈ ਇਸ ਕਿਸਮ ਦੀ ਗੱਲ ਕਰਨੀ। ਦੇਖੋ ਬੀਬੀ ਜੀ ਹੁਣ ਜੋ ਮਰਜ਼ੀ ਕਹਿ ਦੇਣ ਉਹ ਇਰਰੈਲੇਵੈਂਟ ਹੈ। ਬੀਬੀ ਜੀ ਮੈਂ ਮਹਿਸੂਸ ਕਰਦਾ ਕਮ ਸੇ ਕਮ ਹੁਣ ਵੀ ਕਿ ਉਹ ਕੱਟੜ ਧਾਰਮਿਕ ਇਨਸਾਨ ਹੈ। ਮੈਂ ਹਲੇ ਵੀ ਬੀਬੀ ਜੀ ਬਾਰੇ, ਇਸ ਕ੍ਰੈਡੈਂਸ਼ੀਅਲ ਬਾਰੇ ਮੈਂ ਕਦੇ ਉਹਨਾਂ ਦੇ ਡਾਊਟ ਨਹੀਂ ਕਰੂੰਗਾ, ਪਰ ਜੇ ਇਹ ਮੇਰਾ ਵਿਸ਼ਵਾਸ ਸੱਚਾ ਹੈ ਤੇ ਬੀਬੀ ਜੀ ਇਹ ਬਾਈਬਲ ਕਲਾ ਦੇ ਵਿੱਚ ਰੋਲ ਸੀ ਅਕਾਲੀ ਦਲ, ਤਾਂ ਉਦੋਂ ਚੁੱਪ ਕਿਉਂ ਰਹੇ? ਹੀ ਇਜ਼ ਗਿਲਟੀ ਨੇ, ਐਂਡ ਇਹ ਬੱਜਰ ਪਾਪ ਹੋਊਗਾ, ਛੋਟਾ ਪਾਪ ਨਹੀਂ ਹੋਊਗਾ। ਐਂਡ ਇਹ ਹੈ ਨਹੀਂ, ਜੇ ਹੁੰਦਾ ਤਾਂ ਬੀਬੀ ਜੀ ਬੋਲਦੇ, ਉਸੇ ਟਾਈਮ ਬੋਲਦੇ। ਇਹ ਬੀਬੀ ਜੀ ਦਾ ਅੱਜ ਪੋਸਚਰ ਹੈ, ਪਰ ਜਿਹੜਾ ਪੋਸਚਰ ਹੈ ਉਹ ਤੁਹਾਡੇ ਤੋਂ ਨਕਾਬ ਐਵੇਂ ਲਾਂਦਾ ਹੈ ਐਂਡ ਐਕਸਪੋਜ਼ ਕਰਦਾ ਹੈ ਕਿ ਤੁਸੀਂ ਕਿੰਨੇ ਟਿਮਿਡ ਹੋ, ਤੁਸੀਂ ਕਿੰਨੇ ਹੌਲੋ, ਕਿੰਨੇ ਸ਼ੈਲੋ ਹੋ, ਕਿ ਤੁਸੀਂ ਇੱਕ ਆਪਣੀ ਪੋਲੀਟੀਕਲ ਕਹਿ ਲਓ, ਇੱਕ ਐਂਬੀਸ਼ਨ ਕਹਿ ਲਓ, ਜਿਹੜੀ ਤੁਸੀਂ ਪੂਰੀ ਕਰਨਾ ਚਾਹੁੰਦੇ ਸੀ ਨਾ ਪੂਰੀ ਹੁੰਦੀ ਦੇਖ ਕੇ ਯੂ ਸਪੀਕ ਸੋ ਫਾਊਲ। This is unfortunate. This is, BBG has done more damage by saying this to the institution. She shouldn't have said that. I feel that she should regret herself. ਉਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਸੀ। ਬਾਈਬਲ ਕਲਾ ਮੈਂ ਤੁਹਾਨੂੰ ਇੱਕ ਗਰੰਟੀ ਦੇ ਕੇ ਕਹਿਣਾ ਹੈ, ਮੈਂ ਕਦੇ ਬੋਲਦਾ ਨਹੀਂ ਇਹਦੇ ਤੇ ਬਹੁਤਾ, ਬਿਕੋਜ਼ ਮੇਰਾ ਚਿਹਰਾ ਮੋੜਾ ਨਹੀਂ ਹੈ। ਉਹ ਕਨਸਪੀਰੇਸੀ ਸੀ, ਉਹ ਵੀ that was a conspiracy which was played to damage ਅਕਾਲੀ ਦਲ। ਤੁਸੀਂ ਦੇਖੋ ਉਹਦੇ ਬਾਅਦ ਕਿੰਨੀਆਂ ਐਬਰੀਵੇਸ਼ਨਸ ਹੋਈਆਂ। ਦਰਬਾਰ ਸਾਹਿਬ ਦੇ ਵਿੱਚ ਬੰਦਾ ਇੱਕ ਸੈਂਕਟਮ ਸੈਂਕਟੋਰੀਅਮ ਚ ਐਂਟਰ ਕਰ ਜਾਂਦਾ ਹੈ, ਉਹ ਇਸ਼ੂ ਨਹੀਂ ਇਸ਼ੂ ਬਣਦਾ। that issue is a issue। ਕਈ ਹੋਰ ਬੇਅਦਬੀਆਂ ਹੋਈਆਂ, those are not issues, but that issue is still a issue। and ਕਿੰਨੇ ਜ਼ਿਆਦਾ encounters ਚ ਲੋਕ ਮਰੇ, that is not a issue, but these 2 deaths are a big issue, still a issue। and ਇਸ ਇਸ਼ੂ ਤੋਂ ਕਿਨੇ ਬੈਨੀਫਿਟ ਕੀਤਾ, ਕਿਨੇ ਫਲੇਅਰ ਅਪ ਕੀਤਾ? ਐਂਡ ਮੈਨੂੰ ਗੁਰੇਜ਼ ਨਹੀਂ ਕਹਿਣ ਲਈ ਕਿ ਜਦ ਇਹ ਇਸ਼ੂ ਹੋਇਆ ਕੌਣ ਉੱਥੇ ਆਂਦਾ ਸੀ? ਇੱਕ ਦਾਦੂਵਾਲ ਜੀ ਆਂਦੇ ਸੀ। ਹੂ ਇਜ਼ ਦਾਦੂਵਾਲ ਜੀ? ਕਿਹਦਾ ਪ੍ਰੋਟੇਜੀ ਆ ਉਹ? ਕਿਹੜਾ ਉਹਨੂੰ ਬਿਲਡ ਕਰ ਰਿਹਾ ਹੈ? ਕਿਹੜਾ ਉਹਨੂੰ ਸਟਰੋਂਗ ਕਰ ਰਿਹਾ ਹੈ? ਕਿਹੜਾ ਉਹਨੂੰ ਗਰੂਮ ਕਰ ਰਿਹਾ ਹੈ? ਕਿਹੜਾ ਉਹਨੂੰ ਹਰਿਆਣੇ ਦੀ ਪੋਲਿਟਿਕਸ ਦੇ ਵਿੱਚ, ਸਿੱਖ ਗੁਰਦੁਆਰਾ ਪੋਲਿਟਿਕਸ 'ਚ ਹਰਿਆਣੇ ਨੂੰ ਡਿਵਾਈਡ ਕਰਕੇ ਕਰ ਰਿਹਾ? ਕੌਣ ਹੈ? ਕਿਹਦੀ ਬੋਡੀ ਬੋਲਦਾ ਉਹ? ਡੋਂਟ ਵੀ ਨੋ। ਹੁਣ ਪੰਜਾਬ ਦੇ ਵਿੱਚ ਇੱਕ ਨਵਾਂ ਸੁਰ ਛੇੜਿਆ, ਉਹ ਸੁਰ ਕਿੱਥੋਂ ਛੇੜਿਆ, ਕੌਣ ਛੇੜਿਆ? ਸਮਝਣ ਦੀ ਕੋਸ਼ਿਸ਼ ਕਰੋ ਉਹ ਕਿਹੜੀਆਂ ਏਜੰਸੀਆਂ ਉਹ ਸੁਰ ਛੇੜ ਰਹੀਆਂ। ਨਹੀਂ ਟੰਡਨ ਸਾਹਿਬ ਦੇ ਹੋਰੀਜ਼ਨ ਤੇ ਅੱਜ ਇੱਕ ਨਵਾਂ ਬੰਦਾ ਹੈ। ਐਗਰੀਡ, ਇਸ ਤੇ ਵੀ ਬਿਲਕੁਲ ਤੁਹਾਡੀ ਗੱਲ ਵਾਜਬ ਹੈ। who has arrived on the horizon of Punjab now, try to understand ਵਿਸ਼ੀਏਟ ਕੌਣ ਕਰ ਰਿਹਾ ਹੈ, ਕੌਣ ਮਾਹੌਲ ਪੰਜਾਬ ਦਾ ਖਰਾਬ ਕਰ ਰਿਹਾ ਹੈ।
ਇਹ ਮੈਂ ਤਾਂ ਸਾਰੀ ਕੌਮ ਨੂੰ, ਪੂਰੇ ਪੰਜਾਬੀਆਂ ਨੂੰ, ਪੂਰੀ ਵਰਲਡ ਨੂੰ ਕਹੂੰਗਾ ਕਿ ਪਲੀਜ਼ ਬਚੋ। ਇਹ ਬੈਬਲ ਕਲਾ ਇੱਕ ਚਾਲ ਸੀ, ਹੁਣ ਨਾ ਨਵੀਂ ਚਾਲ ਖੇਡੀ ਜਾ ਰਹੀ ਹੈ ਪੰਜਾਬ 'ਚ। ਪੰਜਾਬ 'ਚ ਵਿਸਾਖ ਤੇ ਹੁਣ ਨਵੇਂ ਕਰੈਕਟਰਸ ਲਿਆ ਕੇ ਛੱਡੇ ਜਾ ਰਹੇ ਹਨ। ਐਂਡ ਕਿੱਥੋਂ ਲਿਆਏ, ਕਿੱਥੋਂ ਪੈਦਾ ਹੋਏ, ਕਿਵੇਂ ਆਏ, ਉਹਨਾਂ ਦੀ ਡਰੈਸ ਕੋਡ ਕੀ ਬਣਾਈ ਜਾ ਰਹੀ ਹੈ, ਉਹਨਾਂ ਦੀ ਬੋਲੀ ਕੀ ਬਣਾਈ ਜਾ ਰਹੀ ਹੈ, ਉਹਨਾਂ ਨੂੰ ਖੜਾ ਕਿਵੇਂ ਕੀਤਾ ਜਾ ਰਿਹਾ ਹੈ। ਇਹ ਵੀ ਆਰ ਸਕੇਅਰਡ। ਤੁਹਾਡਾ ਇਸ਼ਾਰਾ ਅੰਮ੍ਰਿਤਪਾਲ ਵਾਲੇ ਪਾਸੇ ਹੈ ਸਰ। ਮੈਨੂੰ ਲੋੜ ਹੀ ਨਹੀਂ ਇਸ਼ਾਰਾ ਕਰਨ ਦੀ, ਤੁਸੀਂ ਆਪ ਸਮਝਦੇ ਹੋ। ਕਿਸੇ ਨੂੰ ਨਾਮ ਲੈਣ ਦੀ ਲੋੜ ਨਹੀਂ ਹੈ ਸਰ। ਅਸੀਂ ਪੰਜਾਬ ਦੇ ਵਿੱਚ ਸੰਤਾਪ ਕੱਟ ਚੁੱਕੇ ਹਾਂ। ਜਿਹੜੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਤੇ ਹੋਰ ਥਾਵਾਂ ਤੇ ਰਹਿੰਦੇ ਆ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਲੂਹੇ ਅਸੀਂ ਜਾਂਦੇ ਹਾਂ, ਤੇਲ ਤੁਸੀਂ ਛਿੜਕਦੇ ਹੋ, ਅੱਗ ਤੁਸੀਂ ਲਾਉਂਦੇ ਹੋ, ਮਰਦੇ ਅਸੀਂ ਹਾਂ। ਕਿਉਂ ਸਾਨੂੰ ਮਾਰਨ ਤੇ ਲੱਗੇ ਹੋਏ ਹੋ? ਲਾਹੌਰ ਤੇ ਹੱਕ ਕਿਉਂ ਨਹੀਂ? ਖੈਬਰ ਤੱਕ ਹੱਕ ਕਿਉਂ ਨਹੀਂ? ਸਿੰਧ ਤੱਕ ਹੱਕ ਕਿਉਂ ਨਹੀਂ? ਟਾਂਡਾ ਸਾਹਿਬ ਜਾਂਦੇ ਜਾਂਦੇ ਤੱਕ ਹੱਕ ਕਿਉਂ ਨਹੀਂ? ਬਿਲਕੁਲ ਜਾਂਦੇ ਜਾਂਦੇ ਇਹ ਦੱਸੋ ਕਿ ਅੱਜ ਦੀ ਜਿੱਤ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੀ ਰਿਵਾਈਵਲ ਹੋ ਸਕਦੀ ਹੈ? ਕੀ ਇਹ ਵਾਕਈ ਇੱਕ ਚਾਰਜ ਅਪ ਹੋਏਗਾ ਕਿ ਬੜੇ ਦਿਨਾਂ ਬਾਅਦ ਕੀ ਇੱਕ ਜਿੱਤ ਦਾ ਸਵਾਦ ਲਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ? ਕੋਈ ਜਿੱਤ ਦਾ ਸਵਾਦ ਨਹੀਂ ਲਿਆ। ਕੋਈ ਸਾਡੇ ਚ ਐਸੀ ਖੁਸ਼ੀਆਂ ਵਾਲੀ ਗੱਲ ਨਹੀਂ ਹੈ। ਸਾਡੇ ਚ ਅੱਜ ਦੁੱਖ ਵਾਲੀ ਗੱਲ ਹੈ ਕਿ ਸਾਡੀ ਕੌਮ ਦੇ ਆਪਣੇ ਬੰਦੇ ਸਾਨੂੰ ਡੈਮੇਜ ਕਰਨ ਲਈ ਲੱਗੇ ਹੋਏ। ਐਂਡ ਅਸੀਂ ਵਚਨਬੱਧ ਹੈ ਕਿ ਅਸੀਂ ਸਿੱਖ ਕੌਮ ਨੂੰ ਵੀ, ਪੰਜਾਬ ਨੂੰ ਵੀ ਬਚਾਵਾਂਗੇ। ਸਾਡਾ ਇਤਿਹਾਸ ਦੱਸਦਾ ਹੈ, ਅਸੀਂ ਲਿਖਣਾ ਨਹੀਂ, ਅਸੀਂ ਡਰਨਾ ਨਹੀਂ। ਤੁਸੀਂ ਜੇ ਸਾਡੀ ਹਿੱਕ ਚ ਵੱਜੋਗੇ, ਅਸੀਂ ਹਿੱਕ ਪਿੱਛੇ ਨਹੀਂ ਕਰਾਂਗੇ, ਹਿੱਕ ਤੇ ਵਾਰ ਖਾਵਾਂਗੇ, ਫਿਰ ਵੀ ਜੇਤੂ ਹੋ ਕੇ ਆਵਾਂਗੇ। ਇਹ ਜਿਹੜਾ ਇੱਕ ਬੀਬੀ ਨਹੀਂ, 100 ਬੀਬੀ ਜੀ ਵਰਗੇ ਤੁਸੀਂ ਬਾਇਆਊਟ ਕਰ ਲਓ, ਜਿੰਨੇ ਮਰਜ਼ੀ ਛੜਯੰਤਰ ਕਰ ਲਓ, ਅਸੀਂ ਕਮਜ਼ੋਰ ਨਹੀਂ ਪਵਾਂਗੇ। ਅਸੀਂ ਨਿਰੰਤਰ ਲੜਾਂਗੇ। ਐਂਡ ਅਸੀਂ ਜੇ ਪਾਸਟ ਦੇ ਵਿੱਚ ਲੜਿਆ, ਅਸੀਂ ਅੱਜ ਵੀ ਲੜਾਂਗੇ। ਜੇ ਸਾਨੂੰ ਇੱਕ ਗੱਲ ਦੀ ਖੁਸ਼ੀ ਜ਼ਰੂਰ ਹੈ ਕਿ ਰਾਜ ਸੱਤਾ ਦੇ ਵਿੱਚ ਆਏ ਹੋਏ ਜਦ ਅਸੀਂ ਪੰਜਾਬ ਦੇ ਰਾਜ ਦੇ ਵਿੱਚ ਸੀ, ਉਸ ਸਮੇਂ ਹੋ ਸਕਦਾ ਸਾਡੇ ਤੋਂ ਕਈ ਗੱਲਾਂ ਅਣਦੇਖੀਆਂ ਹੋਈਆਂ ਹੋਣ। ਅੱਜ ਵੀ ਹੈਵ ਇਨਫ ਟਾਈਮ ਕਿ ਟੂ ਥਿੰਕ, ਟੂ ਕਰੈਕਟ ਆਵਰਸੈਲਵਸ। ਰਾਜ ਐਡਾ ਇੰਪੋਰਟੈਂਟ ਨਹੀਂ ਹੈ, ਪੰਜਾਬ ਦਾ ਅਮਨ ਜ਼ਿਆਦਾ ਇੰਪੋਰਟੈਂਟ ਹੈ, ਪੰਜਾਬ ਦੀ ਸ਼ਾਂਤੀ ਜ਼ਿਆਦਾ ਇੰਪੋਰਟੈਂਟ ਹੈ, ਪੰਜਾਬ ਦੀ ਪ੍ਰੈਸਟੀਜ ਜ਼ਿਆਦਾ ਇੰਪੋਰਟੈਂਟ ਹੈ। ਸਿੱਖ ਕੌਮ ਨੂੰ ਬਚਾਣਾ, ਕਿਉਂਕਿ ਸਿੱਖ ਕੌਮ ਉਹ ਕੌਮ ਹੈ ਜਿਹਨੇ ਉਸ ਸਮੇਂ ਜਦ ਮੁਗਲ ਦੇ ਅਗੇਂਸਟ ਕੋਈ ਬੋਲਦਾ ਨਹੀਂ ਸੀ, ਉਦੋਂ ਸਿਰ ਚੱਕ ਕੇ ਹਿੰਦੂਆਂ ਨੂੰ ਬਚਾਇਆ। ਅਸੀਂ ਇਕੱਠੇ ਹੋਣਾ, ਅਸੀਂ ਇੱਕ ਹਾਂ, ਅਸੀਂ ਅਲੱਗ ਨਹੀਂ ਹੈ। ਵੀ ਆਰ ਟੁਗੇਦਰ। ਅਸੀਂ ਜਿੰਨੇ ਪੰਜਾਬ ਦੇ ਹਿੰਦੂ ਹੈ, ਚਾਹੇ ਅਸੀਂ ਜਿਹੜੇ ਮਰਜ਼ੀ ਧਰਮ ਨੂੰ ਮੰਨੀ ਚੱਲੀਏ, ਅਸੀਂ ਰੈਵਰ ਕਰਦੇ ਹਾਂ ਗੁਰੂ ਸਾਹਿਬ ਤੋਂ, ਅਸੀਂ ਅਦਬ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ 'ਚ, ਵਿਸ਼ਵਾਸ ਰੱਖਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਰੱਬ ਸਮਝਦੇ ਹਾਂ, ਆਪਣਾ ਸਤਿਕਾਰ ਦਿੰਦੇ ਹਾਂ। ਸਾਡੇ ਲਈ ਮੋਸਟ ਇੰਪੋਰਟੈਂਟ ਹੈ। ਅਸੀਂ ਕਦੇ ਇਹਦੇ ਵਿੱਚ ਬਿੱਥ ਨਹੀਂ ਪੈਣ ਦੇਣਾ ਚਾਹੁੰਦੇ। ਜਿਹੜੀਆਂ ਏਜੰਸੀਆਂ ਕਰਨਾ ਚਾਹੁੰਦੀਆਂ, ਇਹ ਜ਼ੋਰ ਲਾ ਲੈਣ ਨਹੀਂ ਹੋਊਗਾ। ਬਿਲਕੁਲ ਟਾਂਡਾ ਸਾਹਿਬ, ਤੁਸੀਂ ਅੱਜ ਬੜੇ ਅੱਛੇ ਮੁੱਦੇ ਤੇ, ਬੜਾ ਵੱਡਾ ਮੁੱਦਾ ਸੀ, ਉਸ ਤੇ ਜੁੜੇ ਤੇ ਆਪਦੀ ਬੇਪਾਕ ਰਾਏ ਰੱਖੀ। ਤੇ ਤੁਹਾਡੀ ਵਾਕਈ ਇਹ ਸ਼ਖਸੀਅਤ ਹੈ ਕਿ ਜਿੱਥੇ ਗਲਤ ਹੁੰਦੇ ਹੋ ਤੁਸੀਂ ਵਾਕਈ ਐਕਸੈਪਟ ਵੀ ਕਰ ਲੈਂਦੇ ਹੋ, ਕਨਫੈਸ ਵੀ ਕਰ ਲੈਂਦੇ ਹੋ ਕਿ ਹਾਂ ਇਹ ਵਾਕਈ ਗਲਤ ਹੈ। ਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਕੱਲ ਫਿਰ ਜਾਂ ਕਦੀ ਫਿਰ ਹੋਰ ਕਿਸੇ ਮਸਲੇ ਤੇ ਤੁਹਾਡੇ ਨਾਲ ਜ਼ਰੂਰ ਜੁੜਾਂਗੇ। ਧੰਨਵਾਦ। ਥੈਂਕ ਯੂ ਸਿੰਦਰ, ਧੰਨਵਾਦ। ਤੁਸੀਂ ਦੇਖਿਆ ਕਿ ਹਰੀਸ਼ ਰਾਏ ਟਾਂਡਾ ਜੀ ਕਿਸ ਤਰੀਕੇ ਨਾਲ ਭਾਜਪਾ ਨੂੰ ਸਿਰਫ ਨਿਸ਼ਾਨੇ ਤੇ ਲੈਂਦੇ ਨੇ, ਤੇ ਉਧਰ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਇੱਕ ਵਾਰ ਕਿ ਜਿੱਤ ਤੋਂ ਬਾਅਦ ਅਕਾਲੀ ਆਗੂਆਂ ਨੇ ਕੀ ਕੁਝ ਕਿਹਾ। ਪਹਿਲਾਂ ਉਹ ਵੀ ਸੁਣ ਲੈਂਦੇ ਆ। ਕੂੜ ਸੋ ਟੁੱਟੇ ਨਾਨਕਾ ਓੜ ਸੱਚ ਰਹੀ। ਜਿਹੜਾ ਕੂੜ ਪ੍ਰਚਾਰ ਕੀਤਾ ਗਿਆ ਸੀਗਾ ਉਹਦੀ ਹਾਰ ਹੋਈ ਆ ਜੀ, ਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੀ ਜਿੱਤ ਹੋਈ ਆ ਜੀ। ਹੁਣ ਇਉਂ ਲੱਗਦਾ ਵੀ ਸਰਕਾਰਾਂ 3-4 ਰਲੀਆਂ ਹੋਈਆਂ ਸੀਗੀਆਂ। ਸੈਂਟਰ ਗਵਰਨਮੈਂਟ ਰਲੀ ਸੀ, ਹਰਿਆਣਾ ਗਵਰਨਮੈਂਟ ਰਲੀ ਸੀ, ਪੰਜਾਬ ਗਵਰਨਮੈਂਟ ਰਲੀ ਹੋਈ ਸੀ, ਨਾਲ ਕਾਂਗਰਸ ਰਲੀ ਹੋਈ ਸੀ। ਸਾਰਿਆਂ ਦੀਆਂ ਰਲ ਕੇ 42 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ 104 ਵੋਟਾਂ। ਇਸ ਕਰਕੇ ਮੈਂ ਕਹਿੰਦਾ ਇਹ ਬੀਬੀ ਦੀ ਹਾਰ ਨਹੀਂ ਹੋਈ, ਇਹ ਪੰਜਾਬ ਗਵਰਨਮੈਂਟ ਦੀ ਹਾਰ ਹੋਈ ਆ, ਸੈਂਟਰਲ ਗਵਰਨਮੈਂਟ ਦੀ ਹਾਰ ਹੋਈ ਆ, ਹਰਿਆਣਾ ਗਵਰਨਮੈਂਟ ਦੀ ਹਾਰ ਹੋਈ ਆ, ਕਾਂਗਰਸ ਦੀ ਹਾਰ ਹੋਈ ਆ। ਸਾਰੀਆਂ ਵਿਰੋਧੀ ਪਾਰਟੀਆਂ ਇੱਕ ਪਾਸੇ ਸੀ, ਸਾਰੀਆਂ ਪਾਰਟੀਆਂ ਇੱਕ ਪਾਸੇ ਹੀ, ਸ਼੍ਰੋਮਣੀ ਅਕਾਲੀ ਦਲ ਇੱਕ ਪਾਸੇ ਹੀ। ਇਸ ਕਰਕੇ ਅੱਜ ਜਿਹੜੀ ਜਿੱਤ ਆ ਇਹ ਸ਼੍ਰੋਮਣੀ ਅਕਾਲੀ ਦਲ ਦੀ ਆ, ਹਾਰ ਜਿਹੜੀ ਆ ਇਹ ਸਾਰੀਆਂ ਪਾਰਟੀਆਂ ਰਲ ਕੇ ਜਿਹੜਾ ਕੈਂਡੀਡੇਟ ਖੜਾ ਕੀਤਾ ਸੀ ਬੀਬੀ ਜਗੀਰ ਕੌਰ, ਉਹਦੀ ਹਾਰ ਹੋਈ ਆ ਅੱਜ। ਇਸ ਕਰਕੇ ਹੁਣ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਕਿ ਧਾਰਮਿਕ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਇਹ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦਾਂ ਨੇ ਆਪਦੇ ਖੂਨ ਨਾਲ ਸਿੰਜ ਕੇ ਬਣਾਈ ਹੋਈ ਆ। ਇਸ ਕਰਕੇ
ਹੁਣ ਉਹਨਾਂ ਨੂੰ ਅਕਲ ਆ ਜਾਣੀ ਚਾਹੀਦੀ ਹੈ। ਵੈਸੇ ਤਜਰਬੇ ਕਰਦੀਆਂ ਰਹਿੰਦੀਆਂ ਸਾਰੀਆਂ ਸਰਕਾਰਾਂ। ਬੀਬੀ ਜੀ ਬਾਰ-ਬਾਰ ਕਹਿੰਦੇ ਸੀ ਕਿ ਲਿਫਾਫਾ ਕਲਚਰ ਆ, ਲਿਫਾਫਾ ਕਲਚਰ ਇਹੋ ਮੇਰੀ ਵੱਡੀ ਜਿੱਤ। ਉਹ ਕਹਿੰਦੇ ਕਿ ਜੇ ਵੋਟਾਂ ਪੈਣ ਗਿਆ ਵੱਡੀ ਜਿੱਤ ਇਹਨੂੰ ਕਹਿੰਦੇ। ਲਿਫਾਫਾ ਕਲਚਰ ਜੋ ਵੀ ਨਹੀਂ ਇੰਨੀ ਕਿ ਲਿਫਾਫਾ ਕਲਚਰ ਅੱਜ ਵੀ ਨਹੀਂ ਹੋਇਆ। ਇਸ ਕਰਕੇ ਉਹ ਤਾਂ ਇੱਕ ਪ੍ਰਚਾਰ ਸੀਗਾ, ਪ੍ਰਚਾਰ ਸੀ। ਇਸ ਕਰਕੇ ਅੱਜ ਜੋ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਮੁਤਾਬਕ ਮੈਂ ਤਾਂ ਕਹਿੰਦਾ ਖੱਟਰ ਨੂੰ ਵਰਜਾਨ ਦੇ ਦੇਣਾ ਚਾਹੀਦਾ। ਜਿਹੜਾ ਉਹ ਮਨੁੱਖੀ ਅਧਿਕਾਰ ਉਹ ਜਿਹੜਾ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਆ ਲਾਲਪੁਰਾ ਉਹਨੂੰ ਵੀ ਰਜਾਨ ਦੇ ਦੇਣਾ ਚਾਹੀਦਾ। ਔਰ ਇੱਥੋਂ ਦੇ ਮੁੱਖ ਮੰਤਰੀ ਦਾ ਜਿਹੜਾ ਭਗਵੰਤ ਸਿੰਘ ਮਾਨ ਦੀਆਂ ਟੈਲੀਫੋਨ ਜਾਂਦੇ ਸੀ ਅੱਜ ਉਹਨੂੰ ਵੀ ਰਜਾਨ ਦੇਣਾ ਚਾਹੀਦਾ। ਇਸ ਕਰਕੇ ਕਾਂਗਰਸ ਨੇ ਪੂਰਾ ਜ਼ੋਰ ਲਾ ਲਿਆ, ਪੰਜਾਬ ਸਰਕਾਰ ਨੇ ਪੂਰਾ ਜ਼ੋਰ ਲਾ ਲਿਆ, ਹਰਿਆਣਾ ਸਰਕਾਰ ਨੇ ਲਾ ਲਿਆ, ਸੈਂਟਰ ਨੇ ਸਾਰਾ ਜ਼ੋਰ ਲਾ ਲਿਆ, ਸਾਰੀਆਂ ਏਜੰਸੀਆਂ ਨੇ ਜ਼ੋਰ ਲਾ ਲਿਆ। ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਹੋਈ। ਸ਼੍ਰੋਮਣੀ ਅਕਾਲੀ ਦਲ ਨੂੰ 104 ਆ, ਉਧਰ 42 ਵੋਟਾਂ ਰਹਿ ਗਈਆਂ ਸਰ। ਜਿਵੇਂ ਸਾਡੇ ਬਹੁਤ ਹੀ ਸੀਨੀਅਰ ਨੇਤਾ ਸਰਦਾਰ ਗਰੇਵਾਲ ਸਾਹਿਬ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਜਿੱਤ ਹੋਈ ਹੈ। ਵੱਡੀ ਜਿੱਤ ਕਿਵੇਂ ਹੋਈ ਹੈ ਕਿ ਇਸ ਵੇਲੇ ਜਿਹੜੇ ਹਾਲਾਤ ਸੀ, ਬੜਾ ਪ੍ਰਚਾਰ ਸੀ, ਬੜਾ ਢੋਲ ਢਮੱਕਾ ਸੀ, ਤੇ ਸਾਡੀ ਪਾਰਟੀ ਦੇ ਵਿੱਚੋਂ ਇੱਕ ਬੰਦੇ ਨੂੰ ਖਰੀਦ ਕੇ ਤੋੜ ਕੇ ਉਹਨਾਂ ਨੇ ਖੜਾ ਕੀਤਾ, ਦੂਜਿਆਂ ਨੇ ਰਲ ਮਿਲ ਕੇ ਕਿ 3 ਸਰਕਾਰਾਂ, ਇੱਕ ਪਾਸੇ ਇਕੱਲਾ ਸ਼੍ਰੋਮਣੀ ਅਕਾਲੀ ਦਲ, ਇੱਕ ਪਾਸੇ 3 ਸਰਕਾਰਾਂ, ਤੇ ਸਾਰੇ ਜਿੰਨੇ ਵਿਰੋਧੀ ਨੇ ਪੰਜਾਬ 'ਚ ਉਹ ਸਾਰੇ ਲੱਗੇ ਹੋਏ ਸਨ, ਜਿਨ੍ਹਾਂ ਨੇ ਸਾਰਾ ਜ਼ੋਰ ਲਾਤਾ, ਕੋਈ ਕਸਰ ਨਹੀਂ ਛੱਡੀ, ਨਾ ਪੈਸੇ ਟਕੇ ਵੱਲੋਂ ਨਾ ਸਰਕਾਰੀ ਦਬਾਅ ਵੱਲੋਂ। ਸੋ ਐਡਾ ਵੱਡਾ ਦਬਾਅ ਸੀ ਸਾਰੇ ਮੈਂਬਰ ਸਾਹਿਬਾਨ ਦੇ। ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਇੰਨਾ ਦਬਾਅ ਚੱਲ ਕੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਦੇ ਸਿਰ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ। ਸੋ ਸਾਰੇ ਮੈਂਬਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਵੱਡਾ ਦਬਾਅ, 3 ਸਰਕਾਰਾਂ ਦੇ ਲਾਲਚ, ਦਬਾਅ, ਹੋਰ ਜੋ ਕੁਝ ਉਹਨਾਂ ਨੂੰ ਕਿਹਾ, ਸਾਰਿਆਂ ਨੂੰ ਠੋਕਰ ਮਾਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਕਰਾਈ ਹੈ। ਉਹਨਾਂ ਮੈਂਬਰਾਂ ਦਾ ਜਿੰਨਾ ਧੰਨਵਾਦ ਕੀਤਾ ਜਾਵੇ ਥੋੜਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਹਿਲੀ ਵਾਰੀ ਨਹੀਂ ਹੈ ਕਿ ਜਿਹੜੀ ਸਰਕਾਰੀ ਦਖਲਅੰਦਾਜ਼ੀ ਇਸ ਇਲੈਕਸ਼ਨ ਦੇ ਵਿੱਚ ਖੁੱਲ੍ਹ ਕੇ ਹੋਈ ਹੈ, ਪਰ ਪਹਿਲਾਂ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਹਮੇਸ਼ਾ ਚਾਅ ਰਹਿੰਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖਾਂ ਦੀ ਸਭ ਤੋਂ ਵੱਡੀ ਸਰਮੌਰ ਸੰਸਥਾ ਉਹਦੇ ਉੱਤੇ ਕਬਜ਼ਾ ਕੀਤਾ ਜਾਵੇ। ਪਰ ਐਤਕੀ ਕਾਂਗਰਸ ਤੋਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਔਰ ਕੇਂਦਰ ਦੀ ਸਰਕਾਰ ਹੈ, ਹਰਿਆਣੇ ਦੀ ਸਰਕਾਰ ਹੈ, ਪੰਜਾਬ ਦੀ ਸਰਕਾਰ ਹੈ, ਐਤਕੀ ਸਾਰਿਆਂ ਨੂੰ ਇਕੱਠਾ ਚਾਅ ਚੜਿਆ ਸੀ ਔਰ ਸਾਰੀਆਂ ਧਿਰਾਂ ਔਰ ਜਿੰਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਰੋਧੀ, ਜੇ ਸਾਰਿਆਂ ਦੀ ਗਿਣਤੀ ਕਰੋ ਤੇ 30 ਤੋਂ ਵੀ ਵੱਧ ਬਣਦੇ ਆ, ਸਾਰਿਆਂ ਨੇ ਆਪਣਾ ਪੂਰਾ ਢਿੱਲ ਲਾ ਲਿਆ। ਲੇਕਿਨ ਫਿਰ ਵੀ ਜਿੰਨੀਆਂ ਵੋਟਾਂ ਉਹਨਾਂ ਨੂੰ ਮਿਲੀਆਂ ਉਸ ਤੋਂ 2.5 ਗੁਣਾ ਵੋਟਾਂ ਪੂਰੀਆਂ ਨਾਲੋਂ 42 ਤੋਂ 84 ਤੇ 105 ਪੂਰਾ 2.5 ਗੁਣਾ ਵੋਟਾਂ ਲੈ ਕੇ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਿਰ ਪ੍ਰਧਾਨ ਚੁਣੇ ਗਏ। ਇਸ ਕਰਕੇ ਜਿਹੜੇ ਸਾਡੇ ਸਰਕਾਰਯੋਗ ਮੈਂਬਰ ਨੇ ਉਹਨਾਂ ਨੇ ਇਕੱਲਾ ਪ੍ਰਧਾਨ ਨਹੀਂ ਚੁਣਿਆ, ਇਹ ਫੈਸਲਾ ਵੀ ਕਰ ਦਿੱਤਾ ਕਿ ਜਿਹੜੀ ਵੀ ਤਾਕਤ ਸਾਡੇ ਧਾਰਮਿਕ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰੇਗੀ ਉਹਨੂੰ ਇਸੇ ਤਰ੍ਹਾਂ ਹੀ ਜਿਹੜੀ ਆ ਮੂੰਹ ਦੀ ਖਾਣੀ ਪਏਗੀ। ਇਸ ਕਰਕੇ ਮੈਂ ਜਿੱਥੇ ਧਾਮੀ ਸਾਹਿਬ ਨੂੰ ਵਧਾਈ ਦੇਣਾ, ਉੱਥੇ ਸਾਰੇ ਜਿੰਨੇ ਮੈਂਬਰ ਸਾਹਿਬਾਨ ਹਾਊਸ ਦੇ ਉਹਨਾਂ ਨੂੰ ਵੀ ਵਧਾਈ ਦੇਣਾ। ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਵੀ ਕਈ ਦਿਨਾਂ ਤੋਂ ਬੜੀ ਮਿਹਨਤ ਕੀਤੀ ਹੈ। ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ, ਪਰ ਤੁਹਾਡੇ ਸਾਹਮਣੇ ਹੈ ਕਿ ਜਿਹੜੀ 100 ਸਾਲ ਤੋਂ ਵੱਧ ਸਮਾਂ ਸੇਵਾ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਨੇ ਦਿੱਤੀ ਹੈ, ਅੱਜ ਫਿਰ ਉਹ ਸੇਵਾ ਇੱਕ ਵਾਰੀ ਪੰਥ ਦੀ ਝੋਲੀ 'ਚ ਪਾਈ ਆ। ਮੈਂ ਸਾਰਿਆਂ ਨੂੰ ਤਹਿ ਦਿਲ ਤੋਂ ਵਧਾਈ ਦਿੰਦਾ। ਜਿਵੇਂ ਪੰਥ ਦੇ ਇਸ ਅਦਾਰੇ ਨੂੰ ਗਿਣਜਾਂ ਪਈਆਂ ਸੀ, ਗੁਰੂ ਨੇ ਪੰਥ ਦੀ ਮਾਣ ਰੱਖਿਆ, ਪੰਥ ਨੂੰ ਫਤਿਹ ਬਖਸ਼ੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣੇ ਐਲਾਨੇ ਨਤੀਜੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਉਮੀਦਵਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਨੂੰ 104 ਵੋਟਾਂ ਪਈਆਂ ਤੇ ਵਿਰੋਧੀ ਨੂੰ 42 ਪਈਆਂ। ਇਸ ਫਤਿਹ ਤੇ ਮੈਂ ਸਮੁੱਚੇ ਪੰਥ ਨੂੰ ਮੁਬਾਰਕਬਾਦ ਦਿੰਦਾ, ਸਮੁੱਚੇ ਉਹ ਪੰਥਕ ਸੋਚ ਵਾਲੇ ਮੈਂਬਰ ਸਾਹਿਬਾਨ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ 3 ਸਰਕਾਰਾਂ ਦਾ
ਪੱਕਾ ਝੱਲਦਿਆਂ ਹੋਇਆਂ ਵੀ ਆਪਣੀ ਸੋਚ ਵਿੱਚ ਕੋਈ ਬਦਲਾਅ ਨਹੀਂ ਕੀਤਾ। ਮੈਂ ਅੱਜ ਦਾ ਜਿਹੜਾ ਫੈਸਲਾ ਹੈ ਇਹ ਪੰਜਾਬ ਦੇ ਇਤਿਹਾਸ ਮੋੜ ਲਿਆਊਗਾ, ਜਿੱਥੇ ਆਰਐਸਐਸ ਬੀਜੇਪੀ ਦੀਆਂ ਕੋਸ਼ਿਸ਼ਾਂ, ਸੂਬਾ ਸਰਕਾਰ ਦੀ ਡਾਇਰੈਕਟ ਮਦਦ, ਹਰਿਆਣੇ ਸੂਬੇ ਦੀਆਂ ਕੋਸ਼ਿਸ਼ਾਂ, ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਨਾਲ ਸਹਿਯੋਗ ਰੱਖਣ ਵਾਲੇ ਮੈਂਬਰਾਂ ਤੇ ਪ੍ਰੈਸ਼ਰ, ਉਹ ਸਾਰਾ ਕੁਝ ਚੱਲਣ ਤੋਂ ਬਾਅਦ ਪੰਥਕ ਸੋਚ ਦੀ ਫਤਿਹ ਰਹੀ। ਗੁਰੂ ਨੇ ਕਿਰਪਾ ਕੀਤੀ, ਉਹੀ ਸਾਬਤ ਕਰਤਾ ਕਿ ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਏਗਾ, ਜੋ ਕਰੇਗਾ ਖਾਲਸਾ ਪੰਥ ਦੀਆਂ। ਹੁਣ ਡਾਕਟਰ ਚੀਮਾ ਤੇ ਮਲੂਕਾ ਸਾਹਿਬ ਕਰਨਗੇ। ਮੈਂ ਤਾਂ ਬਿਲਕੁਲ ਜਿੱਤ ਤੋਂ ਬਾਅਦ ਮੀਡੀਆ ਦੇ ਸਾਹਮਣੇ ਮੁਖਾਤਬ ਹੋਏ ਅਕਾਲੀ ਆਗੂ ਤੇ ਤੁਸੀਂ ਦੇਖਿਆ, ਪਰ ਹੁਣ ਇੱਕ ਵਾਰ ਫਿਰ ਹਰਜਿੰਦਰ ਸਿੰਘ ਧਾਮੀ SGPC ਦੇ ਪ੍ਰਧਾਨ ਚੁਣ ਲਏ ਗਏ ਨੇ ਤੇ ਹੁਣ ਅਕਾਲੀ ਦਲ ਤੇ ਇਸ ਜਿੱਤ ਦਾ ਕੀ ਪ੍ਰਭਾਵ ਪਏਗਾ ਤੇ ਕਿੰਨਾ ਕੁ ਫਾਇਦਾ ਹੋਏਗਾ, ਇਹ ਆਉਣ ਵਾਲਾ ਸਮਾਂ ਦੱਸੇਗਾ। ਤੇ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਖਾਸ ਖਬਰ ਦੇ ਨਾਲ ਨਜ਼ਰੀਆ ਬਿਯੋਂਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।